क्षमादान। रेडियो पंजाब टुडे सुनने वाले तमाम ਸਰੋਤਿਆਂ ਨੂੰ ਮੇਰੇ ਵੱਲੋਂ यानी कि स्वर्ण सिंह ਦਾਨੇਵਾਲੀਆ ਵੱਲੋਂ प्यार भरी सत श्री अकाल खुशामदीद। अज दिन है जी मंगलवार, तरीक है 26 अक्तूबर, समा शाम के 6:30 ਤਾਂ ਤੁਸੀਂ ਸਾਡੇ ਨਾਲ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਪ੍ਰੋਗਰਾਮ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਤੇ ਭਾਰਤੀ ਸਮੇਂ ਅਨੁਸਾਰ ਲਾਈਵ ਕੀਤਾ ਜਾਂਦਾ ਹੈ, ਜਿਸ ਦਾ ਮੁੜ ਪ੍ਰਸਾਰਣ ਹੁਣ ਤੋਂ 4 ਘੰਟਿਆਂ ਬਾਅਦ ਯਾਨੀ ਕਿ 10:30 ਵਜੇ ਤੇ 11 ਘੰਟਿਆਂ ਬਾਅਦ ਯਾਨੀ ਕਿ 5:30 ਵਜੇ ਲਾਈਵ ਹੋਏਗਾ। ਸੋ ਤਮਾਮ ਜਿੰਨੇ ਵੀ ਸਾਡੇ ਸਰੋਤਾਗਣ ਨੇ ਉਹ ਪਲੀਜ਼ ਨੋਟ ਕਰ ਲੈਣ, ਆਪਣੀਆਂ ਸਮਾਂ ਜਿਹੜਾ ਹੈ ਉਹ ਆਪਣੀਆਂ ਘੜੀਆਂ ਭਾਰਤੀ ਸਮੇਂ ਅਨੁਸਾਰ ਹੀ ਸੈੱਟ ਰੱਖਣ। ਸਮੇਂ ਦੀ ਤਬਦੀਲੀ ਬਹੁਤ ਦੇਸ਼ਾਂ ਦੇ ਵਿੱਚ ਹੁੰਦੀ ਹੈ, ਪਰ ਭਾਰਤ ਦੇ ਵਿੱਚ ਕੋਈ ਸਮੇਂ ਦੀ ਤਬਦੀਲੀ ਨਹੀਂ ਹੁੰਦੀ। ਸੋ ਇਸ ਕਰਕੇ ਇੰਡੀਆ ਦੇ ਟਾਈਮ ਮੁਤਾਬਕ ਹੀ ਅਸੀਂ 6:30 ਵਜੇ ਯਾਨੀ ਕਿ 6:30 PM ਲਾਈਵ ਹੁੰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਲਾਈਵ ਕਾਲ ਕਰਨ ਦੇ ਲਈ ਅਸੀਂ WhatsApp ਕਾਲ ਨਹੀਂ ਲੈਂਦੇ ਜੀ। 9216410666 ਤੇ 9814910666 ਤੇ ਕਾਲ ਕਰ ਸਕਦੇ ਹੋ। ਇੰਡੀਆ ਦਾ ਕੋਡ +91 ਲਾਉਣਾ ਨਾ ਭੁੱਲਣਾ। ਅਕਾਲ ਟਰੱਕ ਐਂਡ ਟ੍ਰੇਲਰ ਜੋ 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ ਮੈਨੀਟੋਬਾ ਤੇ ਇੱਥੇ ਤੁਸੀਂ ਖੁੱਲੀ ਪਾਰਕਿੰਗ, ਕੁਇਕ ਟਰੱਕ ਗਲਿਊ ਦੇ ਨਾਲ DOT ਸੇਫਟੀ, ਇੰਜਨ ਰੀਬਿਲਟ, ਵਿੰਡ ਸਕਰੀਨ ਚੇਂਜ ਤੋਂ ਕਹਿਣ ਤੋਂ ਭਾਬੀ ਸੈਮੀ ਤੇ ਟ੍ਰੇਲਰ ਦਾ ਸਾਰਾ ਕੰਮ ਕਰਵਾ ਸਕਦੇ ਹੋ। ਬਲਤੇਜ ਸਿੰਘ ਪਨੇਸਰ ਹੋਰਾਂ ਨਾਲ 2044592000 ਤੇ ਕਾਲ ਕਰ ਸਕਦੇ ਹੋ। CDL 2020 CDL ਡਰਾਈਵਿੰਗ ਸਕੂਲ ਜੋ ਵਰਜੀਨੀਆ ਦੇ ਸ਼ਹਿਰ ਫਰੈਡਰਿਕਸਬਰਗ ਦੇ ਵਿੱਚ ਹੈ, ਇੱਥੇ ਤੁਸੀਂ CDL ਕਲਾਸ A, B and P ਦੀ ਟ੍ਰੇਨਿੰਗ ਲੈ ਸਕਦੇ ਹੋ। ਬੱਸ, ਟਰੱਕ, ਕਮਰਸ਼ੀਅਲ ਟਰੈਕਟਰ, ਟ੍ਰੇਲਰ ਦੀ ਡਰਾਈਵਿੰਗ ਸਿੱਖ ਸਕਦੇ ਹੋ ਤੇ ਸਪੈਸ਼ਲੀ ਸਕੂਲ ਬੱਸ ਡਰਾਈਵਰਸ ਦੀ ਟ੍ਰੇਨਿੰਗ ਇਹ ਦਿੰਦੇ ਨੇ। ਕਹਿੰਦੇ ਜੇਕਰ ਤੁਹਾਨੂੰ ਕੋਈ ਟਿਊਸ਼ਨ ਫੀਸ ਦੀ ਕੋਈ ਤੰਗੀ ਹੈ ਤਾਂ ਤੁਸੀਂ ਇਹ ਤੁਹਾਡਾ ਫਾਈਨੈਂਸ ਵੀ ਕਰਵਾ ਕੇ ਦਿੰਦੇ ਨੇ, ਤੁਹਾਨੂੰ ਮਦਦ ਕਰਦੇ ਨੇ। ਸਨੀ ਨਾਲ ਸੰਪਰਕ ਕਰ ਸਕਦੇ ਹੋ 5406560985 ਤੇ 5406560985 ਤੇ ਕਾਲ ਕਰ ਸਕਦੇ ਹੋ। ਦੂਸਰੇ ਰਾਜਾਂ ਤੋਂ ਆਉਣ ਜਾਂ ਦੂਰ ਦਰਾਡੇ ਸ਼ਹਿਰਾਂ ਤੋਂ ਆਉਣੇ ਤਾਂ ਤੁਹਾਨੂੰ ਸਟੇ ਫਰੀ ਦਿੱਤਾ ਜਾਂਦਾ ਹੈ ਤੇ ਪਿਕ ਐਂਡ ਡਰੋਪ ਵੀ ਦਿੱਤੀ ਜਾਂਦੀ ਹੈ। ਇੰਗਲਿਸ਼, ਸਪੈਨਿਸ਼, ਹਿੰਦੀ, ਪੰਜਾਬੀ, ਅਰਬਿਕ, ਉਰਦੂ ਵਰਗੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਤੁਹਾਨੂੰ ਇਹ ਡਰਾਈਵਿੰਗ ਇਹਨਾਂ ਦੇ ਇੰਸਟਰਕਟਰ ਜੋ ਪੈਸ਼ਨੇਟ ਨੇ, ਬੜੇ ਪ੍ਰੋਫੈਸ਼ਨਲ ਨੇ, ਉਹ ਸਿਖਾਉਂਦੇ ਨੇ। ਫਿਲਹਾਲ ਕੁਛ ਹੋਰ ਕਮਰਸ਼ੀਅਲਸ ਤੇ ਫਿਰ ਹਾਜ਼ਰ ਹੋਣੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 in Napanee. Quick Truck Lube, the one-stop shop. 519-622-0660 ਜਾਂ quicktrucklube.com. QTL, because we care. ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ। ਪੱਟੀ ਸਾਹਿਬ ਗੁਰਫਤਿਹ ਜੀ, ਸਤਿ ਸ਼੍ਰੀ ਅਕਾਲ। ਫਤਿਹ ਜੀ, ਫਤਿਹ। ਪੱਟੀ ਸਾਹਿਬ, 11 ਮਹੀਨੇ ਦਾ ਸਮਾਂ ਕੋਈ ਥੋੜਾ ਨਹੀਂ ਹੁੰਦਾ। 9 ਮਹੀਨੇ ਪਗੜੀ ਸੰਭਾਲ ਜੱਟਾ ਚੱਲਿਆ ਸੀ, ਇਹ 9 ਤੋਂ 2 ਵੱਧ ਕੇ 11 ਹੋ ਗਿਆ ਜੀ ਜੀ। ਅੱਜ ਪੂਰੇ ਹੋ ਗਏ ਨੇ। 26 ਤਰੀਕ ਨੂੰ ਗਏ ਸੀ, ਪਹੁੰਚ ਗਏ ਸੀ, ਉੱਥੇ ਝੰਡੇ ਕੱਢ ਦਿੱਤੇ ਸੀ। 11 ਮਹੀਨਿਆਂ ਦੇ ਪੂਰੇ ਹੋਣ ਤੇ ਕਿਸਾਨਾਂ ਵੱਲੋਂ ਕੀ ਕੁਝ ਜਿਹੜਾ ਹੈ ਕੀਤਾ ਗਿਆ? ਅੱਜ 26 ਤਰੀਕ ਸੀ ਤੇ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਇਹ ਕਾਲ ਦਿੱਤੀ ਸੀ ਕਿ 26 ਤਰੀਕ ਨੂੰ ਅਸੀਂ ਲਖਨਊ ਦੇ ਵਿੱਚ ਜਿਹੜੀ ਹੈ ਉਹ ਮਹਾਂ ਪੰਚਾਇਤ ਕਰਾਂਗੇ ਜੀ। ਲੇਕਿਨ ਮੌਸਮ ਦੀ ਖਰਾਬੀ ਨੂੰ ਵੇਖਦੇ ਹੋਏ ਉਹ ਮੁਲਤਵੀ ਕਰ ਦਿੱਤੀ ਤੇ ਉਹ ਸ਼ਾਇਦ ਮੈਂ ਕਿਹਾ 22 ਨਵੰਬਰ ਤੇ ਲੈ ਕੇ ਜਾਣ। ਇੱਕ ਤੇ ਮੌਸਮ ਠੀਕ ਹੋ ਜਾਊਗਾ, ਇੱਕ ਜਿਹੜੇ ਕਿਸਾਨ ਆਪਣੀ ਜਿਹੜੀ ਉਹ ਫਸਲ ਬੀਜ ਕੇ, ਕਣਕ ਵਗੈਰਾ ਬੀਜ ਕੇ ਵਿਹਲੇ ਹੋ ਜਾਣਗੇ। ਦੂਸਰੀ ਚੀਜ਼ ਉਹਨਾਂ ਨੇ ਕਿਹਾ ਸੀ 26 ਤੇ 27 ਤਰੀਕ ਨੂੰ 2 ਦਿਨ ਅਸੀਂ ਬਕਾਇਦਾ ਤੌਰ ਤੇ ਆਪਣੇ ਮੰਗ ਪੱਤਰ DC ਹੈੱਡਕੁਆਟਰ ਦੇ DC ਨੂੰ ਦੇਵਾਂਗੇ ਜੀ। ਉਹਦੇ ਵਿੱਚ ਪੂਰੇ DC ਨੂੰ ਜਿੱਥੇ ਜਿੱਥੇ ਵੀ ਕਿਸਾਨ ਬੈਠੇ ਉਹਨਾਂ ਨੇ ਆਪਣੇ DC ਨੂੰ ਮੰਗ ਪੱਤਰ ਦਿੱਤੇ ਤੇ ਉਹਨਾਂ ਦੇ ਵਿੱਚ ਮੁੱਖ ਮੰਗਾਂ 2 ਨੇ ਉਹਨਾਂ ਦੀ। ਇੱਕ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਹੈਗੀ ਆ ਜੀ ਜੀ। MSP ਦੀ ਗਰੰਟੀ ਤੇ ਹੈਗੀ ਆ। ਨਾਲ ਉਹਨਾਂ ਨੇ ਕਿਹਾ ਵੀ ਅਜੇ ਮਿੱਤਰਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਬਰਖਾਸਤ ਕੀਤਾ ਜਾਵੇ ਤੇ 120B ਦੇ ਤਹਿਤ ਗ੍ਰਿਫਤਾਰ ਕੀਤਾ ਜਾਵੇ ਜੀ। ਤੁਹਾਨੂੰ ਪਤਾ ਹੋਏਗਾ ਵੀ ਅੱਜ ਉੱਥੇ 2 ਜਿਹੜੇ ਮੁੰਡੇ ਹੈਗੇ ਆ, ਇੱਕ ਜੈਸਵਾਲ ਹੈਗਾ, ਉਹਦੇ ਕੈਫੇ ਦਰਜ ਕਰਾਈ ਸੀ ਵੀ ਸਾਡੇ ਬੰਦੇ ਮਰੇ। ਉਹਦੇ ਵਿੱਚ ਚਿਤਰਾ ਤੇ ਇੱਕ ਗੁਰਵਿੰਦਰ ਸਿੰਘ ਨਾਮੀ 2 ਬੰਦੇ ਜਿਹੜੇ ਸੀ ਉਹਨਾਂ ਸੈੱਟ ਨੇ ਗ੍ਰਿਫਤਾਰ ਕੀਤੇ ਆ ਜੀ ਵੀ ਇਹਨਾਂ ਨੇ ਉੱਥੇ ਹਿੰਸਾ ਕੀਤੀ ਹੈ। ਇਹ ਹੁਣ ਉਹ ਕਿਹੜੇ ਪਾਸੇ ਨੂੰ ਗੱਲ ਜਾਂਦੀ ਉੱਤੇ ਬਾਅਦ ਪਤਾ ਲੱਗੂਗਾ। ਲੇਕਿਨ ਕਿਸਾਨਾਂ ਨੇ ਵੱਡੀ ਪੱਧਰ ਤੇ ਅੱਜ ਆਪਣੇ ਮੁਜ਼ਾਹਰੇ ਵੀ ਕੀਤੇ ਆ, ਉਹਨਾਂ ਨੇ ਮੰਗ ਪੱਤਰ ਵੀ ਦਿੱਤੇ ਆ। ਇੱਕ ਟੂਲ ਪਲਾਜ਼ੇ ਦੇ ਉੱਤੇ ਉਹਨਾਂ ਨੇ ਆਪਣਾ ਜਿਹੜਾ ਸੀ ਢਾਡੀ ਵੀ ਲਾਇਆ ਸੀਗਾ ਕਿ ਲੋਕਾਂ ਜਿਹੜੇ ਸਾਰੇ ਨੌਜਵਾਨ ਨੂੰ ਪਤਾ ਲੱਗ ਸਕੇ ਢਾਡੀ ਪ੍ਰਥਾ ਸਾਡੀ ਕੀ ਹੈ, ਸਾਡਾ ਇਤਿਹਾਸ ਦੱਸਣ ਵਾਸਤੇ ਜੀ। ਇਹ ਚੰਗੀਆਂ ਗੱਲਾਂ ਨੇ। ਲੇਕਿਨ ਕਿਸਾਨ ਅਜੇ ਵੀ ਉੱਥੇ ਅੜੇ ਨੇ। ਲੇਕਿਨ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਜੀ। ਜੇ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਉਹ ਕਹਿੰਦੀ ਦੀ ਗੱਲ ਹੀ ਕੋਈ ਨਹੀਂ ਹੈ। ਗੱਲ ਹੀ ਕੋਈ ਨਹੀਂ। ਕਿਸਾਨ ਬਿਲਕੁਲ ਕਿਸਾਨ ਬੱਜੇ ਖੇਤੀ ਨੂੰ ਬਿਲਕੁਲ ਕਿਸਾਨਾਂ ਦੇ ਹੱਕ ਚ। ਤੁਹਾਨੂੰ ਪਤਾ ਹੋਏਗਾ ਤੋਮਰ ਨੇ ਕੱਲ ਵੀ ਬਿਆਨ ਦਿੱਤਾ ਸੀ ਵੀ ਇੱਥੇ ਮੁੱਠੀ ਪਰ ਕਿਸਾਨ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ, ਬਾਕੀ ਬਹੁਤੇ ਕਿਸਾਨ ਤੇ ਸਾਡੇ ਨਾਲ ਨੇ। ਇਸ ਕਰਕੇ ਉਹ ਜਿਹੜੇ ਕਾਨੂੰਨ ਬਣਾਏ ਨੇ ਬਿਲਕੁਲ ਕਿਸਾਨਾਂ ਦੇ ਹਿੱਤ ਚ ਬਣਾਏ ਨੇ, ਕਿਸਾਨਾਂ ਵਾਸਤੇ ਬਣਾਏ ਨੇ। ਕਿਸਾਨ ਕਿਸੇ ਵੀ ਜਿਹੜੇ ਕਾਨੂੰਨ ਕਿਸੇ ਵੀ ਸੂਤ ਚ ਵਾਪਸ ਨਹੀਂ ਹੋਣਗੇ। ਤੇ ਦੂਜੇ ਪਾਸੇ ਕਿਸਾਨ ਕਹਿੰਦੇ ਵੀ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਤੱਕ ਅਸੀਂ ਬਿਲਕੁਲ ਇੱਥੋਂ ਵਾਪਸ ਨਹੀਂ ਜਾਂਦੇ। ਜੀ। ਸੋ ਜਾਣਾ, ਮੈਨੂੰ ਲੱਗਦਾ ਤੁਹਾਡੀ ਵੀ ਤਬੀਅਤ ਪੱਟੀ ਸਾਹਿਬ ਅੱਜ ਕੋਈ ਬਾਹਲੀ, ਮੈਨੂੰ ਲੱਗਦਾ। ਚਲੋ ਕੋਈ ਗੱਲ ਨਹੀਂ ਜੀ, ਤਬੀਅਤ ਤੇ ਚੱਲਦੀ ਰਹਿਣੀ ਹੈ। ਬਿਲਕੁਲ। ਪਰ ਦੇਖੋ ਸਾਡਾ ਜਿਹੜਾ ਸਰੋਤੇ ਨੇ ਉਹਨਾਂ ਨਾਲ ਵੀ ਸਾਡੀ ਸਾਂਝ ਪਾਉਣੀ ਜ਼ਰੂਰੀ ਹੈ। ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲਾ ਨੇ ਜਿਹੜਾ ਬੜਾ ਅੱਜ ਸਖਤ ਬਿਆਨ ਦਿੱਤੇ ਨੇ। ਬਿਲਕੁਲ ਜੀ। ਵੇਖੋ, ਕੈਪਟਨ ਅਮਰਿੰਦਰ ਸਿੰਘ ਨੇ ਇੰਨੀ ਗੱਲ ਕਹੀ ਵੀ 13 ਕਿਸਾਨ ਜਥੇਬੰਦੀਆਂ ਮੇਰੇ ਸੰਪਰਕ ਦੇ ਵਿੱਚ ਨੇ ਜੀ। ਤੇ ਡੱਲੇਵਾਲ ਸਾਹਿਬ ਨੇ ਕਿਹਾ ਵੀ ਕੈਪਟਨ ਸਾਹਿਬ ਚੰਗਾ ਹੋਵੇ ਤੁਸੀਂ ਉਹਨਾਂ ਕਿਸਾਨ ਜਥੇਬੰਦੀਆਂ ਦਾ ਨਾਮ ਵੀ ਜ਼ਾਹਰ ਕਰ ਦੇਵੇ ਕਿਹੜੀਆਂ ਹੈਗੀਆਂ। ਐਵੇਂ ਟਰਪਾਲ ਨਾ ਮਾਰੋ, ਧੂੜ ਚ ਟੱਟੂ ਨਾ ਭਜਾਓ ਜੀ। ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ 32 ਜਥੇਬੰਦੀਆਂ ਸਾਡੇ ਨਾਲ ਨੇ, ਇੱਕ ਮੁੱਠ ਨੇ। ਅਸੀਂ ਬਿਲਕੁਲ ਇਕੱਠੇ ਆ, ਸਾਡੇ ਚ ਕੋਈ ਪਾਰਟ ਨਹੀਂ, ਕੋਈ ਜਥੇਬੰਦੀ ਬਾਹਰ ਨਹੀਂ ਹੈ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਤਾੜਨਾ ਵੀ ਕੀਤੀ ਹੈ ਤੇ ਨਾਲ ਇਹ ਵੀ ਕਿਹਾ ਜੀ ਵੀ ਤੁਸੀਂ ਇਹ ਜਿਹੜਾ ਸਾਡਾ ਮੋਰਚਾ ਦਾ ਉਹਦੇ ਭਵਿੱਖ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਨਾ ਕਰੋ। ਤੁਸੀਂ BJP ਜਿਹੜਾ ਜੀ ਸਦਕੇ ਜਾਓ, ਕੱਲ ਜਾਂਦੇ ਅੱਜ ਜਾਓ, ਤੁਹਾਨੂੰ ਕੌਣ ਰੋਕਦਾ? ਬਿਲਕੁਲ ਤੁਹਾਨੂੰ ਕੋਈ ਰੋਕਦਾ ਨਹੀਂ। ਆਖਿਰਕਾਰ ਤੁਸੀਂ ਇਹੋ ਕੁਝ ਹੀ ਕਰਨਾ ਹੋਵੇ, BJP ਜਿਹੜਾ ਜਾਓ, ਕੋਈ ਗੱਲ ਨਹੀਂ।
ਲੇਕਿਨ ਸਾਡੀ ਜਿਹੜੀ ਮੰਗ ਹੈ, ਜਿਹੜੀ ਅਸੀਂ ਮੰਗ ਲੈ ਕੇ ਤੁਰੇ ਸੀ ਵੀ 3 ਨੂੰ ਰੱਦ ਕਰਾਉਣੇ ਤੇ MSP ਦੀ ਗਰੰਟੀ ਲੈਣੀ, ਇਸ ਤੋਂ ਸਿਵਾਏ ਕੁਝ ਨਹੀਂ ਹੋਰ ਕਰਨਾ। ਜਿੰਨਾ ਚਿਰ ਤੱਕ ਇਹ ਬਕਾਇਦਾ ਤੌਰ ਤੇ ਸਾਨੂੰ ਲਿਖਤੀ ਪੜ੍ਹਤੀ, ਬਕਾਇਦਾ ਤੌਰ ਤੇ ਪਾਰਲੀਮੈਂਟ ਦੇ ਵਿੱਚੋਂ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਤੇ ਗਰੰਟੀ ਨਹੀਂ ਮਿਲਦੀ MSP ਜੋ ਮਰਜ਼ੀ ਕਰ ਲਓ, ਅਸੀਂ ਬਿਲਕੁਲ ਨਹੀਂ ਜਾਵਾਂਗੇ ਜੀ। ਤੇ ਜੇ ਤੁਹਾਡੇ ਕੋਲ 13 ਜਥੇਬੰਦੀਆਂ ਹੈਗੀਆਂ ਤੇ ਮਿਹਰਬਾਨੀ ਕਰਕੇ ਉਹਨਾਂ ਦੇ ਨਾਂ ਡਿਕਲੇਅਰ ਜ਼ਰੂਰ ਕਰ ਦਿਓ। ਚਾਹੀਦੇ ਵੀ ਆ, ਕਿਉਂ ਨਹੀਂ ਕਰਨੇ ਚਾਹੀਦੇ ਜਦੋਂ ਤੁਸੀਂ ਤਾਂ ਐਡੇ ਕਿ ਵੱਡੇ ਸਾਨੂੰ ਵੀ ਪਤਾ ਲੱਗੇ ਵੀ ਤੁਸੀਂ ਕਿੱਥੇ ਖੜੇ ਹੋ। ਗੱਪਾਂ ਨਾਲ ਨਹੀਂ ਨਾ ਗੱਲ ਚੱਲਦੀ। ਬਿਲਕੁਲ ਬਿਲਕੁਲ ਗੱਲਾਂ ਨਾਲ ਗੱਲ ਨਹੀਂ ਚੱਲਦੀ। ਇਸ ਕਰਕੇ ਕਾਫੀ ਨਾਰਾਜ਼ ਨੇ ਆਪਣੇ ਜਿਹੜੇ ਡੱਲੇਵਾਲ ਸਾਹਿਬ ਨੇ, ਕਾਫੀ ਸਖਤੀ ਨਾਲ ਪੇਸ਼ ਆਏ ਨੇ ਵੀ ਇਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਦੇ ਉਹ ਜਿਹੜੇ ਅਸੀਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕੈਪਟਨ ਵੱਲੋਂ ਜੀ। ਇਹ ਪਤਾ ਨਹੀਂ, ਦੇਖੋ ਹੈਰਾਨੀ ਦੀ ਗੱਲ ਹੈ। ਠੀਕ ਹੈ, ਤੁਸੀਂ ਵੋਟਾਂ ਲੈਣੀਆਂ, ਤੁਸੀਂ ਕਾਰਪੋਰੇਟ ਤੋਂ ਪੈਸੇ ਲੈਣੇ ਹੈ, ਤੁਹਾਡੇ ਅੰਦਰ ਖਾਤੇ ਬੜੀ ਸੈਟਲਮੈਂਟ ਹੈ। ਜਿਵੇਂ ਅੱਜ ਮਾਫੀ ਚਾਹੁੰਦੇ ਜੀ, ਮੈਂ ਪੜ੍ਹ ਰਿਹਾ ਸੀਗਾ, ਅੱਜ ਮੈਂ ਟਵੀਟ ਪੜ੍ਹ ਰਿਹਾ ਸੀਗਾ, ਉਹ ਬੀਬੀ ਜਿਹੜੀ ਹੈਗੀ ਪਾਕਿਸਤਾਨ ਵਾਲੀ ਕਹਿੰਦੀ ਮੈਂ ਬਹੁਤ ਹਤਾਸ਼ ਹਾਂ, ਮੈਂ ਬੜੀ ਨਾਰਾਜ਼ ਹਾਂ ਕਾਂਗਰਸੀਆਂ ਤੋਂ, ਖਾਸ ਕਰਕੇ ਮੈਂ ਮੁੜ ਕਹਿੰਦੀ ਹੁਣ ਭਾਰਤ ਨਹੀਂ ਆਊਂਗੀ, ਇੰਡੀਆ ਨਹੀਂ ਆਊਂਗੀ। ਹੁਣ ਗੱਲ ਇਹ ਹੈ ਕਿ ਕੈਪਟਨ ਸਾਹਿਬ ਨੇ ਵੋਟਾਂ ਜਿਹੜੀਆਂ ਨੇ, ਹੁਣ ਤਾਂ ਇਹ ਤਾਂ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚ ਕੌਣ ਨਾਰਾਜ਼ ਹੋ ਗਿਆ, ਕੌਣ ਨਾਲ ਹੈ। ਹੁਣ ਜਿਵੇਂ ਤੁਸੀਂ ਕਰਤਾਰਪੁਰ ਲਾਂਘੇ ਵੇਲੇ ਵੀ ਗੱਲ ਹੋਈ ਹੈ, ਉਦੋਂ ਵੀ ਪਾਕਿਸਤਾਨ ਵਿਰੋਧੀ ਬਿਆਨ ਦਿੱਤੇ, ਪਰ ਦੇਖੋ ਜਦੋਂ ਪਹਿਲਾਂ 2002 'ਚ ਮੁੱਖ ਮੰਤਰੀ ਬਣਦੇ, ਉੱਧਰੋਂ ਘੋੜੇ ਆਉਂਦੇ ਨੇ, ਸਾਰਾ ਕੁਛ ਆਉਂਦਾ। ਉਹ ਤਸਵੀਰਾਂ ਜਿਹੜੀਆਂ ਉਦੋਂ ਇਹਨਾਂ ਦੇ ਦੋਸਤ ਮਿੱਤਰ ਪਾਕਿਸਤਾਨ ਪੰਜਾਬ ਤੋਂ ਮੁੱਖ ਮੰਤਰੀ ਸਾਹਿਬ ਆਏ ਸੀ, ਉਹਦੇ ਨਾਲ ਵੱਡੇ ਵੱਡੇ ਲੀਡਰਾਂ ਨਾਲ ਮੁਲਾਕਾਤਾਂ ਹੁੰਦੀਆਂ ਨੇ। ਇਹ ਤਬਦੀਲੀਆਂ ਮੈਨੂੰ ਲੱਗਦਾ BJP ਨੇ ਬਾਂਹ ਮਰੋੜ ਕੇ ਕਰਵਾਈਆਂ ਜਾਂ ਅੰਦਰ ਖਾਤੇ ਪਹਿਲਾਂ ਹੀ ਮਨ ਬਣ ਗਿਆ ਸੀ? ਵੇਖੋ, ਜਿੱਥੋਂ ਤੱਕ BJP ਦੀ ਗੱਲ ਆਪਾਂ ਕਰਦੇ ਹਾਂ, ਬੀਬੀ ਪਹਿਲਾਂ ਰੂਸਾ ਦੀ ਗੱਲ ਕਰ ਰਹੀ ਹੈ ਤੇ ਰੂਸਾ ਬੀਬੀ ਤੂੰ ਲੈਣ ਕਿਉਂ ਨਾ ਹੁਣ? ਹਾਂ, ਗੱਲ ਵੀ ਸਿਆਣੀ ਹੈ। ਸਭ ਕੁਝ ਤਾਂ ਲੁੱਟ ਫੁੱਟ ਲੈ ਜੋ ਗਿਆ ਸੀ ਤੇ ਬਾਕੀ ਕੀ ਲੈਣਾ ਹੁਣ? ਹੁਣ ਤੇ ਸ਼ਾਇਦ ਤੂੰ ਵੈਸੇ ਵੀ ਕੈਪਟਨ ਨੂੰ ਭੁੱਲ ਜਾਏ ਵੀ ਕੈਪਟਨ ਕੀ ਬੰਦਾ ਹੈਗਾ ਸੀ। ਤੁਹਾਨੂੰ ਪਤਾ ਹੋਵੇਗਾ ਵੀ ਤੁਸੀਂ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਰੂਸਾ ਜੀ, ਵੇਖੋ ਜੀ ਕੈਪਟਨ ਸਾਹਿਬ ਨੂੰ ਤੁਸੀਂ ਬਹੁਤ ਲਗਾਓ ਰੱਖਦੇ ਹੋ। ਉਹ ਕਹਿੰਦੀ ਮੈਂ ਤੁਹਾਨੂੰ ਪੁੱਛਦੀ ਹਾਂ ਵੀ ਕੈਪਟਨ ਵਰਗਾ ਸਾਊ ਬੰਦਾ ਉਹਦਾ ਤਾਂ ਹਰ ਇੱਕ ਬੰਦਾ ਲਗਾਓ ਰੱਖ ਸਕਦਾ। ਇੰਨੀ ਗੱਲ ਕਹਿ ਕੇ ਤੇ ਆਪਣਾ ਉਹਨੇ ਪੱਲਾ ਝਾੜ ਦਿੱਤਾ ਸੀ ਜੀ। ਰੂਸਾ ਬੀਬੀ ਜਿਹੜੀ ਆ ਨਾ, ਉਹ ਬਕਾਇਦਾ ਤੌਰ ਤੇ ਜੇ ਉਹਦਾ ਕੋਈ ਥੋੜਾ ਜਿਹਾ ਪਿਛੋਕੜ ਵੇਖ ਰਹੀ ਆ। ਰੂਸਾ ਬੀਬੀ ਹੈਗੀ ਸੀ ਫਰੀ ਇੰਡੀਆ ਹੈਗੀ ਆ, ਸਾਊਥ ਏਸ਼ੀਆ ਫਰੀ ਇੰਡੀਆ ਮੀਡੀਆ ਕਾਨਫਰੰਸ ਜੀ, ਉਹਦੀ ਪਾਕਿਸਤਾਨ ਚੈਪਟਰ ਦੀ ਪ੍ਰਧਾਨ ਸੀ। ਇਹਦੀ ਸ਼ਾਇਦ ਮੁਲਾਕਾਤ ਜਦੋਂ 2005 ਦੇ ਵਿੱਚ 4 ਦਿਨ ਜਾਂਦੇ ਨੇ ਸਾਡੇ ਮਾਨਯੋਗ ਕੈਪਟਨ ਸਾਹਿਬ ਪਾਕਿਸਤਾਨ ਜਾਂਦੇ ਨੇ ਜੀ, ਤੁਸੀਂ ਨਨਕਾਣਾ ਸਾਹਿਬ ਤੋਂ ਬਾਹਰ ਨਿਕਲੋ ਨਾ, ਜਿੱਥੇ ਰੇਲਵੇ ਫਾਟਕ ਆ, ਉੱਥੇ ਇੱਕ ਪੱਥਰ ਲੱਗਾ ਵਾ ਜੀ। ਉਸ ਪੱਥਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਿਖਿਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੜਕ ਦਾ ਜਿਹੜਾ ਸੀ ਉਦਘਾਟਨ ਕੀਤਾ ਜੀ। ਉਹ ਬਕਾਇਦਾ ਅੱਜ ਵੀ ਲੱਗਾ ਵਾ। ਸ਼ਾਇਦ ਉਦੋਂ ਹੋਈ ਆ ਜਾਂ ਬਾਅਦ ਚ, ਇਹਦੇ ਬਾਰੇ ਤੇ ਮੈਨੂੰ ਜਾਣਕਾਰੀ ਨਹੀਂ, ਲੇਕਿਨ 2006 ਦੇ ਵਿੱਚ ਬੀਬੀ ਬਕਾਇਦਾ ਤੌਰ ਤੇ ਇੱਥੇ ਆਈ ਸੀ ਜੀ, ਜਿਹੜੀ ਇਹ ਕਾਨਫਰੰਸ ਭਾਗ ਲੈਣ ਵਾਸਤੇ, ਕਿ ਉਹ ਸਾਫਾਂ ਦੀ ਉਹਦੇ ਪਾਕਿਸਤਾਨ ਚੈਪਟਰ ਦੀ ਪ੍ਰਧਾਨ ਸੀ ਤੇ ਬੜੀ ਤਕੜੀ ਉੱਥੋਂ ਦੀ, ਤੁਹਾਨੂੰ ਪਤਾ ਡਿਫੈਂਸ ਦੀ ਰਿਪੋਰਟਰ ਸੀ, ਡਿਫੈਂਸ ਦਾ ਘਪਲਾ ਵੀ ਕੱਢਿਆ ਸੀ ਪਾਕਿਸਤਾਨ ਦੇ ਵਿੱਚ। ਹੁਣ ਉਹ ਬੀਬੀ ਦੀ ਕੈਪਟਨ ਅਮਰਿੰਦਰ ਸਿੰਘ ਗੱਲ ਹੁੰਦੀ, ਹੁਣ ਕਈ ਫੋਟੋਆਂ ਰਿਲੀਜ਼ ਕਰ ਦਿੱਤੀਆਂ ਗਈਆਂ ਜੀ। 2005 ਦੇ ਵਿੱਚ ਜਿਹੜੀ ਫੋਟੋ ਰਿਲੀਜ਼ ਕੀਤੀ ਗਈ ਆ ਵੀ ਸੋਨੀਆ ਗਾਂਧੀ ਨਾਲ, ਤੇ ਉਸ ਟਾਈਮ ਦੇ ਉੱਤੇ ਬੀਬੀ ਭੱਠਲ ਨੇ ਜਵਾਬ ਦਿੱਤਾ ਉਹਦਾ ਵੀ ਵੇਖੋ ਜਿਹੜੀ ਸੋਨੀਆ ਸੀ, ਮੈਂ ਬੋਲੀ ਨਹੀਂ ਸੀ, ਹੁਣ ਮੈਨੂੰ ਬੋਲਣਾ ਪੈ ਗਿਆ ਵੀ ਸੋਨੀਆ ਦੀ ਫੋਟੋ ਤੁਸੀਂ ਰਿਲੀਜ਼ ਕਰਦੇ। ਸੋਨੀਆ ਉਦੋਂ ਚੇਅਰਪਰਸਨ ਸੀ ਯੂਪੀਏ ਦੀ ਜੀ ਜੀ, ਉਹਨੂੰ ਬਾਹਰ ਦੇ ਦੇਸ਼ਾਂ ਦੇ ਡੈਲੀਗੇਟਸ ਆ ਕੇ ਮਿਲਦੇ ਸੀਗੇ ਤੇ ਜੋ ਉਹ ਡੈਲੀਗੇਟ ਸੇ ਵੀ ਆ ਕੇ ਮਿਲ ਗਈ ਤੇ ਫਿਰ ਕਿਹੜੀ ਆਖਰ ਆ ਗਈ। ਇਸ ਕਰਕੇ ਬੀਬੀ ਜਿਹੜੀ ਆ 2006 ਦੇ ਵਿੱਚ ਆਈ, ਉਸ ਤੋਂ ਬਾਅਦ ਫਿਰ ਚੱਲ ਕੰਮ ਤੁਹਾਨੂੰ ਪਤਾ ਹੋਏਗਾ ਬੀਬੀ 2012 ਚ ਆਈ ਸੀ ਜੀ। 2012 ਚ ਹਾਰਨ ਦਾ ਕਾਰਨ ਕੀ ਬਣਿਆ ਸੀ ਸਾਡਾ ਅਕਾਲੀ ਕਾਂਗਰਸ ਦਾ ਜੀ, ਕਿ ਸਿਰਫ 7 ਦਿਨ ਰਹਿ ਗਏ ਸੀ ਇਲੈਕਸ਼ਨ ਦੇ ਵਿੱਚ ਜਦੋਂ ਬੀਬੀ ਇੱਥੇ ਆ ਗਈ ਜੀ, ਤੇ ਕੈਪਟਨ ਸਾਹਿਬ ਮੁੜ ਕੇ ਆਪਣੇ ਅੰਦਰੋਂ ਘਰੋਂ ਬਾਹਰ ਨਿਕਲੇ ਸੀਗੇ। ਜੇ ਉਹ ਬਾਹਰ ਨਹੀਂ ਨਿਕਲੇ ਤੇ ਫਿਰ ਤੁਸੀਂ ਆਪ ਹੀ ਸੋਚ ਲਓ ਵੀ ਪ੍ਰਚਾਰ ਕਿਹਨੇ ਕਰਨਾ ਸੀਗਾ। 2017 ਦੀ ਬੀਬੀ ਆਈ ਹੈ ਇਲੈਕਸ਼ਨ ਦੇ ਵਿੱਚ ਜੀ,
ਲੇਕਿਨ ਜਦੋਂ ਇਲੈਕਸ਼ਨ ਦੇ ਵਿੱਚ ਉਹ ਵੋਟਾਂ ਪੈ ਚੁੱਕੀਆਂ ਸੀ ਤੇ ਰਿਜ਼ਲਟ ਹੋਣੇ ਸੀ ਉਦੋਂ ਆਈ, ਨਹੀਂ ਤੇ ਗੜਬਸਤਾਨਾ ਚ ਹੋਣੀ ਸੀ ਇਹਨਾਂ ਦੀ ਜੀ। ਹੁਣ ਕੈਪਟਨ ਸਾਹਿਬ ਦੀ ਨੇੜਤਾ ਕਿਵੇਂ ਆ ਕੀ ਆ ਇਹ ਨਹੀਂ ਹੈਗਾ। ਉਹਨਾਂ ਨੇ ਬੜੀਆਂ ਫੋਟੋ ਪਾਟਣਾ ਕਰਤੀਆਂ ਦਲੀਪ ਕੁਮਾਰ ਕਹਿੰਦੇ ਦਲੀਪ ਕੁਮਾਰ ਕੋਲ ਤੇ ਗਈ ਸੀ ਮੇਰਾ ਮੁੰਡਾ ਇਹਦੀ ਇੰਡਸਟਰੀ ਸੈੱਟ ਕਰ ਲਓ ਤੁਸੀਂ। ਉਹ ਨਹੀਂ ਹੋਇਆ, ਉਹ ਜਾ ਕੇ ਦੁਬਈ ਚਲਾ ਗਿਆ। ਦੁਬਈ ਜਾ ਕੇ ਹੁਣ ਇੱਕ ਬੜੀ ਵੱਡੀ ਕੰਪਨੀ ਸ਼ੇਅਰ ਹੋਲਡਰ ਬਣੀ ਹੈ ਬੀਬੀ। ਅੱਛਾ, ਹਾਂ, ਕਹਿੰਦੇ ਬੜਾ ਪੈਸਾ ਉਧਰ, ਬੜਾ ਪੈਸਾ ਗਿਆ। ਉਹ ਪੈਸਾ ਕਿੱਥੋਂ ਗਿਆ ਇਹਦੀ ਪੜਤਾਲ ਦੀ ਲੋੜ, ਪਰ ਪੜਤਾਲ ਕਰਾਉਣੀ ਕਿਸੇ ਦੀ ਨਹੀਂ ਕਰਾਉਣੀ, ਗੱਲਾਂ ਬਾਤਾਂ ਹੀ ਸਾਰਨਗੇ। ਸੁੱਖੀ ਰੰਧਾਵਾ ਹੋਰਾਂ ਪਹਿਲਾਂ ਕਹਿ ਦਿੱਤਾ ਸੀ ਵੀ ਅਸੀਂ ਦੀ ਪੜਤਾਲ ਕਰਾਵਾਂਗੇ, ਲੇਕਿਨ ਹੁਣ ਉਹ ਵੀ ਭੱਜ ਗਏ ਵੀ ਨਹੀਂ ਜੀ ਅਸੀਂ ਪੜਤਾਲ ਕੋਈ ਨਹੀਂ ਕਰਾਵਾਂਗੇ ਇਹਦੀ। ਜਦੋਂ ਉਹਨਾਂ ਨੇ ਕਹਿਤਾ ਭਾਈ ਤੁਹਾਡੀਆਂ ਵੀ ਤਸਵੀਰਾਂ ਹੈਗੀਆਂ ਵਾ ਤੇ ਗੱਲ ਵੀ ਠੀਕ ਆ, 4 ਸਾਲ ਤੇ ਤੁਸੀਂ ਉਹਦੇ ਜੁੱਤੀਆਂ ਝਾੜਦੇ ਰਹੇ ਹੋ। ਅਰਜੀਤ ਗਰੇਵਾਲ ਨੇ ਕਿਹਾ 4 ਸਾਲ ਤੇ ਤੁਸੀਂ ਉਹਦੀ ਜੁੱਤੀਆਂ ਝਾੜਦੇ ਰਹੇ ਹੋ ਤੇ ਅੱਜ ਤੁਸੀਂ ਇਹਦੀ ਵਿਰੋਧਤਾ ਕਰ ਰਹੇ ਹੋ ਤੁਸੀਂ। ਲੇਕਿਨ ਸੁੱਖੀ ਰੰਧਾਵੇ ਦਾ ਕਹਿਣਾ ਵੀ ਮੇਰੀ ਲੜਾਈ ਕੈਪਟਨ ਅਮਰਿੰਦਰ ਸਿੰਘ ਨਾਲ ਹਮੇਸ਼ਾ ਹੀ ਰਹੀ ਸੀ ਵੀ ਪਰਾਈ ਔਰ ਸਾਡੇ ਵਿੱਚ ਨਹੀਂ ਬਣਾਈ ਹੈ ਧਰਮ ਦੇ ਵਿੱਚ। ਤੁਸੀਂ ਗਲਤ ਕਰ ਰਹੇ ਹੋ। ਮੈਂ USA ਗਿਆ ਸੀ, ਉਦੋਂ ਵੀ ਨਾਲ ਗਏ ਸੀ, ਉਦੋਂ ਮੈਂ ਕੈਪਟਨ ਨੂੰ ਗਲਤ ਕਿਹਾ ਸੀ। ਇੱਥੇ ਕੋਈ ਗਲਤ ਕਹਿੰਦਾ ਰਿਹਾ, ਤੁਸੀਂ ਗਲਤ ਕਰ ਰਹੇ ਹੋ ਜੀ। ਪਰ ਅਸੀਂ ਕੋਈ ਜਾਂਚ ਜੂਝ ਨਹੀਂ ਕਰਵਾਉਣੀ ਕਿਉਂਕਿ ਸਾਰਿਆਂ ਨੇ ਕਹਿਤਾ ਵੀ ਰਹਿਣ ਦਿਓ ਮਿੱਠੀ, ਜੋ ਕੁਝ ਹੋ ਗਿਆ ਠੀਕ ਹੈ। ਇਹਦੀ ਜਿਹੜੀ ਮਾਂ ਸੀ ਜੀ, ਉਹਦਾ ਨਾਮ ਸੀ ਅਕੀਦਤ ਅਖਤਰ ਜੀ। ਉਹ ਬੀਬੀ ਅਖਤਰ ਜਿਹੜੀ ਸੀ ਉਹ ਵੀ ਇਦਾਂ ਦੀ ਸੀ। ਉਹ ਜਹੀਆ ਖਾਨ ਜਿਹੜਾ ਜਨਰਲ ਸੀਗਾ ਉਹਦੀ ਮਿੱਤਰ ਸੀ। ਤੇ ਜਹੀਆ ਖਾਨ ਦੇ ਟਾਈਮ ਦੇ ਉੱਤੇ ਜਿੰਨੇ ਵੀ ਗਵਰਨਰ ਲੱਗਦੇ ਸੀ, ਜਿੰਨੇ ਵੀ ਐਮਬੈਸਡਰ ਲੱਗਦੇ ਸੀ, ਸਾਰੇ ਬੀਬੀ ਅਖਤਰ ਦੇ ਨੇ ਲੱਗਦੇ ਸੀ ਜੀ। ਈਵਨ ਇੱਥੋਂ ਤੱਕ ਜਿਹੜੇ ਜ਼ੁਲਫਰ ਅਲੀ ਭੁੱਟੋ ਸਨ, ਉਹਦਾ ਦੇ ਜਹੀਆ ਖਾਨ ਨੂੰ ਮਿਲਣਾ ਹੁੰਦਾ ਸੀ ਤੇ ਉਹਨੂੰ ਬੀਬੀ ਅਖਤਰ ਦਾ ਸਹਾਰਾ ਲੈਣਾ ਪੈਂਦਾ ਸੀ ਜੀ। ਲੇਕਿਨ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਫਿਰ ਬੀਬੀ ਅਖਤਰ ਨੂੰ ਜੇਲ੍ਹ 'ਚ ਭੇਜਿਆ ਉਹਨਾਂ ਨੇ ਵੀ ਤੂੰ ਬਥੇਰੀ ਲੁੱਟਮਾਰ ਗੱਲ ਹੀ ਛੱਡਦੇ ਹੁਣ ਤੂੰ ਕਿਹੜਾ ਜੀ। ਇਸ ਕਰਕੇ ਪੀੜ੍ਹੀ ਦਰ ਪੀੜ੍ਹੀ ਉਹਦਾ ਦਾ ਹੈਗਾ ਜਿੱਦਾਂ ਵੀ ਉਹਨੂੰ ਪਤਾ ਵੀ ਕਿਵੇਂ ਕੰਮ ਕਰਨਾ, ਕੰਮ ਕਰ ਰਹੇ ਨੇ ਆਪਣਾ। ਹੁਣ ਤੇ ਬੀਬੀ ਤੂੰ ਲੁੱਟ ਪੁੱਟ ਲਿਆ ਸਭ ਕੁਝ ਤੂੰ ਲੈਣ ਕਿ ਹੁਣ ਤੇ ਕੋਈ ਲੁੱਟਣਾ ਰਹਿ ਕੁਛ ਨਹੀਂ ਗਿਆ ਇੱਥੇ ਤੇ ਕੀ ਕਰੇਗੀ ਆ ਹੁਣ ਤੇ ਠੀਕ ਆ ਮੇਰਾ ਉਹਨੂੰ ਜੀ ਨਹੀਂ ਕਰਦਾ ਨਾ ਆਓ ਜੀ ਜੀ। ਹਾਂ ਬਿਲਕੁਲ, ਨਾ ਆਓ ਜੀ ਸਦਕੇ, ਆਓ ਜੀ ਸਦਕੇ, ਨਾ ਆਓ ਤੁਹਾਡੇ ਸਾਡੇ ਆਉਣ ਨਾਲ ਕੋਈ ਫਾਇਦਾ ਨਹੀਂ ਹੋਣਾ, ਨੁਕਸਾਨ ਤਾਂ ਭਾਵੇਂ ਨੁਕਸਾਨ। ਬਿਲਕੁਲ। ਚੰਨੀ ਸਾਹਿਬ ਦਿਨ ਰਾਤ ਤਸਵੀਰਾਂ ਬੜੀਆਂ ਖਿਚਾ ਰਹੇ ਨੇ, ਸਾਰਾ ਕੁਛ ਕਰ ਰਹੇ ਨੇ, ਖੰਭੇ ਤੇ ਚੜ ਰਹੇ ਨੇ, ਬੁੱਤਾਂ ਕੋਲੇ ਅੱਧੀ ਰਾਤ ਨੂੰ ਜਾ ਰਹੇ ਨੇ, ਨਰਮਿਆਂ ਦੇ ਗੁਲਾਬੀ ਸੁੰਡੀ ਵਾਲਿਆਂ ਦੇ ਵੀ ਗਏ। ਹੁਣ ਇਹ ਸਾਰੇ ਮਾਮਲੇ ਨੂੰ ਮਹੀਨੇ ਤੋਂ ਉੱਤੇ ਹੋ ਗਿਆ, ਕਿਸ ਤਰ੍ਹਾਂ ਲੈ ਕੇ ਚੱਲਦੇ ਤੁਸੀਂ? ਵੇਖੋ ਜਿੱਥੋਂ ਤੱਕ ਚੰਨੀ ਸਾਹਿਬ ਦੀ ਗੱਲ ਹੈ, ਚੰਨੀ ਸਾਹਿਬ ਕੋਸ਼ਿਸ਼ ਤੇ ਬਹੁਤ ਕਰ ਰਹੇ ਆ, ਲੋਕਾਂ 'ਚ ਜਾਂਦੇ ਵੀ ਤੇ ਕੰਮ ਵੀ ਕਰਦੇ ਆ। ਲੇਕਿਨ ਅੱਜ ਦੀ ਡੇਟ ਦੇ ਵਿੱਚ ਸਿਰਫ 3 ਬੰਦੇ ਤੇ 3 ਨਵੇਂ ਮੰਤਰੀ ਕੰਮ ਕਰੇ, ਬਾਕੀ ਮੈਨੂੰ ਪੁਰਾਣਾ ਮੰਤਰੀ ਇੱਕ ਵੀ ਕੰਮ ਕਰਦਾ ਵਿਖਾ ਜੀ। ਰਾਜਾ ਵੜਿੰਗ ਕਰ ਰਿਹਾ, ਪ੍ਰਗਟ ਸਿੰਘ ਕਰ ਰਿਹਾ ਤੇ ਡਾਕਟਰ ਰਾਜਕੁਮਾਰ ਕਰ ਰਿਹਾ। ਜੀ 3 ਬੰਦੇ ਕੰਮ ਕਰ ਰਹੇ, ਬਾਕੀ ਪੁਰਾਣੇ ਮੰਤਰੀ ਉਹੀ ਜਿਹੜੀ ਜੈਥੇ ਵਾਲੀ ਗੱਲ। ਚੰਗਾ ਹੁੰਦਾ ਜੇ ਸਾਰੇ ਮੰਤਰੀ ਬਦਲੇ ਜਾਂਦੇ ਤੇ ਉਹਨਾਂ ਕੋਲ ਕੰਮ ਲਿਆ ਜਾਂਦਾ। ਰਾਜਾ ਵੜਿੰਗ ਨੇ ਜਿਹੜੇ ਕੜਿਲ ਕੱਢੇ ਆ ਤੁਹਾਡੇ ਸਾਹਮਣੇ ਜੋ ਕੁਛ ਕੀਤਾ ਜਿੰਨੀ ਜੋ ਕੰਮ ਕੀਤਾ। ਬਿਲਕੁਲ ਜੀ। ਜਦੋਂ ਉਹਨੂੰ ਕੱਲ ਸਵਾਲ ਪੁੱਛਿਆ ਗਿਆ ਅਰਨਾ ਰਾਣੀ ਦੇ ਉੱਤੇ ਤੇ ਬਕਾਇਦਾ ਤੌਰ ਤੇ ਰਜੀਆ ਸੁਲਤਾਨਾ ਦੇ ਉੱਤੇ, ਉਹਨੇ ਕਿਹਾ ਵੇਖੋ ਗੱਲ ਸੁਣਦੇ ਇਹ ਮੇਰਾ ਨਹੀਂ, ਇਹ ਉਹਨਾਂ ਦੇ ਕੰਮ ਕਰਨ ਦਾ ਆਪਣਾ ਤਰੀਕਾ, ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਦਾ, ਮੇਰਾ ਕੰਮ ਕਰਨ ਦਾ ਆਪਣਾ ਤਰੀਕਾ ਹੈਗਾ। ਚੰਨੀ ਸਾਹਿਬ ਨੇ ਅਜੇ ਤੱਕ 10 ਗੱਲਾਂ ਤੋਂ ਗੱਲਾਂ ਕੀਤੀਆਂ, ਕੰਮ ਕਿਹੜਾ ਕੀਤਾ? ਅਜੇ ਤੱਕ ਤਾਂ ਤੁਸੀਂ ਇਸ਼ਤਿਹਾਰ ਦੇਤੇ ਵੀ ਅਸੀਂ ਮੁਆਵਜ਼ਾ ਦੇ ਦਿੱਤਾ, ਤਾਂ ਦੂਜੇ ਪਾਸੇ ਤੇ ਤੁਸੀਂ ਕੋਈ ਗਰਦੌਰੀ ਨਹੀਂ ਕਹੇ ਤੇ ਮੁਆਵਜ਼ਾ ਕਿੱਥੋਂ ਦੇਵਾਂਗੇ? ਹਜੇ ਪਟਵਾਰੀ ਦਾ ਕੋਈ ਗਿਆ ਨਹੀਂ, ਪਟਵਾਰੀ ਕੋਲੇ ਕੋਈ ਉਹ ਨਹੀਂ ਗਿਆ, ਦੇ ਕਿੱਥੋਂ ਦੇਵੋਗੇ ਦੱਸ ਦਿਓ। ਬਿਲਕੁਲ ਇਸ ਕਰਕੇ ਤੁਸੀਂ ਇਸ਼ਤਿਹਾਰਾਂ ਤੇ ਪੈਸੇ ਖਰਚ ਕਰਨ ਦੀ ਬਜਾਏ ਜਿਹੜਾ ਵਾ ਪ੍ਰੈਕਟੀਕਲ ਤੌਰ ਤੇ ਕੋਈ ਕੰਮ ਕਰੋ, ਚੰਗੀ ਗੱਲ ਆ। ਇਸ਼ਤਿਹਾਰਾਂ ਦੇ ਇੱਕ ਦਿਨ ਦੇ ਮੇਖਾ 20-25 ਲੱਖ ਦੇ ਇਸ਼ਤਿਹਾਰ ਤੁਸੀਂ ਦੇ ਰਹੇ ਹੋ, ਉਹ ਮਾੜੀ ਗੱਲ ਆ। ਉਹੀ ਖਰਚੇ ਲੋਕਾਂ ਦੇ ਵਿਕਾਸ ਤੇ ਕੀਤਾ ਤੇ ਬਹੁਤ ਵਧੀਆ ਗੱਲ। ਮੈਂ ਦੂਸਰੀ ਚੀਜ਼ ਗੱਲ ਕਰੂੰ ਜੀ। ਚੰਨੀ ਸਾਹਿਬ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਵੀ ਚੰਨੀ ਸਾਹਿਬ ਰਹਿਤਾ ਦੇਣ ਦੀ ਕੋਈ ਲੋੜ ਨਹੀਂ। ਨਾ ਰਹਿਤਾਂ ਦੀ ਕੋਈ ਲੋੜ ਨਹੀਂ। ਜੇ ਰਹਿਤ ਦੇਣੀ ਹੈ ਤਾਂ ਸਾਨੂੰ ਐਜੂਕੇਸ਼ਨ ਫ੍ਰੀ ਦੇ ਦਿਓ, ਤੁਸੀਂ ਜੇ ਦੇ ਸਕਦੇ ਹੋ ਬਸ ਐਜੂਕੇਸ਼ਨ ਦੇ ਦਿਓ, ਬਾਕੀ ਸਿਹਤ ਸਹੂਲਤਾਂ ਫ੍ਰੀ ਤੇ ਬਾਕੀ ਕੋਈ ਗੱਲ ਨਹੀਂ, ਬਾਕੀ ਪ੍ਰਬੰਧ ਆਪੇ ਹੋ ਜਾਏਗਾ। ਜਿੱਦਣ ਸਾਡੇ ਕੋਲ ਐਜੂਕੇਸ਼ਨ ਆ ਗਈ ਸਾਰਾ ਕੁਝ ਹੀ ਕਰ ਲਾਂਗੇ, ਸਾਰਾ ਕੁਝ ਹੋ ਜਾਏਗਾ। ਉਸ ਦਿਨ ਜਿਹੜੇ ਲੋਕ ਹਨ, ਜਿਹੜੇ ਲੁਟੇਰੇ ਲੋਕ, ਇਹ ਨਹੀਂ MLA ਮੰਤਰੀ ਬਣ ਕੇ
ਸਾਨੂੰ ਜਾਣਕਾਰੀ ਨਹੀਂ ਹੈਗੀ। ਜੀ। ਅਨਪੜ੍ਹ ਲੋਕ ਫਲਾਣੇ ਨੂੰ ਵੋਟ ਪਾਤੀ ਬਸ ਠੀਕ ਹੈ ਜੀ, ਕੋਈ ਗੱਲ ਨਹੀਂ। ਇਸੇ ਕਰਕੇ ਚੰਨੀ ਸਾਹਿਬ ਨੇ ਅਜੇ ਤੱਕ 1 ਮਹੀਨਾ ਬੀਤ ਗਿਆ ਪੂਰਾ ਉਹਨਾਂ ਦਾ, ਅਜੇ ਤੱਕ ਕੁਝ ਵੀ ਕੰਮ ਨਹੀਂ ਕੀਤਾ। ਜਿਵੇਂ ਉਹਨਾਂ ਦੇ ਕੋਲ 4 ਮੁੱਦੇ ਸਾਹਮਣੇ ਸੀ। ਪਹਿਲਾਂ 18 ਮੁੱਦੇ ਲੈ, ਫਿਰ 4 ਮੁੱਦੇ ਲੈ, ਫਿਰ 13 ਮੁੱਦੇ ਲੈ। ਜੀ। ਪਹਿਲਾ ਮੁੱਦਾ ਸੀ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਦੀ ਬੇਅਦਬੀ ਕਰਨ ਵਾਲਿਆਂ ਨੂੰ ਜਿਹੜੀ ਅਸੀਂ ਉਹ ਸਜ਼ਾ ਦੇਵਾਂਗੇ, ਤੇ ਬਾਈਬਲ ਕਲਾ ਗੋਲੀ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ। ਦੂਜਾ ਪਹਿਲਾ ਸੀ ਜਿਹੜਾ ਨਸ਼ਾ ਮਾਫੀਆ ਵਾ ਉਹਨੂੰ ਨੱਥ ਪਾਉਣੀ ਸੀ, ਉਹਨੂੰ ਕਿਵੇਂ ਨੱਥ ਪਾਉਣੀ ਹੈ। ਤੀਜਾ ਸੀ ਮਾਈਨਿੰਗ ਨੂੰ ਕੰਟਰੋਲ ਕਰਨਾ ਜੀ। ਤੇ ਚੌਥਾ ਸੀ ਅਕਾਲੀ ਭਾਜਪਾ ਸਰਕਾਰ ਸਮੇਂ ਬਿਜਲੀ ਸਮਝੌਤੇ ਰੱਦ ਕਰਨੇ ਤੇ 3 ਕਾਲੇ ਕਾਨੂੰਨ ਜਿਹੜੇ ਰੱਦ ਕਰਨੇ ਖੇਤੀਬਾੜੀ ਦੇ। 4 ਦੇ ਵਿੱਚੋਂ ਇੱਕ ਵੀ ਕੰਮ ਨਹੀਂ ਕੀਤਾ ਜੀ। ਜੇ ਕੀਤਾ ਤਾਂ ਦੱਸ ਦਿਓ ਤੁਸੀਂ ਕੀਤਾ। ਇਸ ਕਰਕੇ ਚੰਨੀ ਸਾਹਿਬ ਗੱਲਾਂ ਦਾ ਕੜਾ ਨਾ ਬਣਾਓ, ਜੇ ਕੁਝ ਕਰ ਸਕਦੇ ਜ਼ਰੂਰ ਕਰਕੇ ਜਾਓ। ਤੁਹਾਡੇ ਖੰਬੇ ਤੇ ਚੜ੍ਹਨਾ ਜਾਂ ਪੁਲੀ ਤੇ ਬਹਿ ਕੇ ਕਿਸੇ ਨਾਲ ਗੱਲਾਂ ਕਰਨਾ ਕੋਈ ਫਰਕ ਨਹੀਂ ਪੈਣ ਲੱਗਾ ਜੀ। ਤੁਸੀਂ ਆਪਣੇ ਦਫ਼ਤਰ 'ਚ ਬੈਠੋ, ਬਾਹਰ ਲੋਕਾਂ ਜਾਓ, ਚੰਗੀ ਗੱਲ। ਇਹਨਾਂ ਨੇ ਕਹਿਤਾ ਜੀ ਸਾਡੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਆਪਣੇ ਸਵੇਰੇ 9 ਵਜੇ ਦਫ਼ਤਰ ਆਇਆ ਕਰਨ। ਮੈਂ ਤੁਹਾਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਗੱਲ ਕਰਦਾ। ਤੁਸੀਂ ਛੱਡੋ ਜੀ ਅੰਮ੍ਰਿਤਸਰ ਤਾਂ ਹਜੇ ਬਹੁਤ ਵੱਡੀ ਗੱਲ ਆ। ਬਠਿੰਡੇ ਦਾ ਪੁੱਡਾ ਹੀ ਦਫ਼ਤਰ ਖਾਲੀ ਆ। ਮੈਂ ਕਹਿੰਦਾ ਉਹ ਤਾਂ ਹਜੇ ਫੇਰ ਵੀ ਕਹਿ ਦੇਣਗੇ ਜੀ ਅਸੀਂ ਬਾਰਡਰ ਗਏ, ਫਲਾਨਾ ਗਿਆ। ਉਹ ਤਾਂ DC ਨੂੰ ਤਾਂ 150 ਕੰਮ ਆ। ਪੁੱਡਾ ਦਫ਼ਤਰ ਕੀ ਹੈ ਜੀ? ਇਹਨਾਂ ਨੇ ਕੀ ਦੱਸੋ ਖੰਭੇ ਕੱਢਣੇ ਆ ਤੇ ਇੱਥੇ ਹੀ ਨਹੀਂ ਕੋਈ ਟੱਕਰਦਾ, ਸਾਰਾ ਦਫ਼ਤਰ ਹੀ ਖਾਲੀ ਹੈ। ਅੰਮ੍ਰਿਤਸਰ ਦਾ DC ਜਿਹੜਾ ਵਾ ਇਹ ਜੋਗਿੰਦਰ ਸਿੰਘ ਖਹਿਰਾ ਜਿਹੜਾ ਸੀ DSP ਦੇ ਮੁਕਾਬਲੇ 'ਚ ਮਾਰਿਆ ਗਿਆ, ਉਹਦਾ ਮੁੰਡਾ ਵਾ, ਉਹਨੂੰ 30,000 ਨੌਕਰੀ ਮਿਲੀ। ਅੱਛਾ ਜੀ। ਅੱਜ ਉਹ DC ਬਣ ਗਿਆ, ਜੋ ਅਸੀਂ ਭਰਤੀ ਹੋਇਆ ਤੇ DC ਬਣ ਗਿਆ, ਚੰਗੀ ਗੱਲ। ਅਸੀਂ ਕਹਿੰਦੇ ਤੂੰ ਵਧਾਈ ਦਾ ਪਾਤਰ ਆ, ਤੈਨੂੰ ਬੜੀ 30,000 ਨੌਕਰੀ ਆ, ਕੋਈ DC ਵਾਲੀ ਚੰਗੀ ਗੱਲ। ਅੱਜ ਦੀ ਡੇਟ ਕਿਸੇ ਮੀਡੀਆ ਵਾਲੇ ਨੂੰ, ਕਿਸੇ ਲੀਡਰ ਨੂੰ ਮੇਲ ਤੋਂ ਗੁਰੇਜ਼ ਕਰਦਾ ਜਾਂ ਡਰਦਾ ਹੁੰਦਾ ਜਾਂਦਾ ਕੁੱਖ ਨਹੀਂ, ਜਾਂ ਫਿਰ ਜਿਹੜਾ ਉਹ ਨਹੀਂ ਮਿਲਦਾ। ਪਤਾ ਨਹੀਂ ਕੀ ਗੱਲ ਚੰਨੀ ਸਾਹਿਬ, ਇਹੋ ਜਿਹੇ ਬਾਕੀ ਅਫਸਰ ਬਦਲਦੇ, ਇਹਨਾਂ ਨੂੰ ਕਿਤੇ ਟਿਕਾਣੇ ਲਾ ਦਿਓ। ਕੋਈ ਚੱਜ ਦਾ ਦਫ਼ਤਰ ਅਫਸਰ ਭੇਜੋ। ਅੰਮ੍ਰਿਤਸਰ ਦੇ ਵਿੱਚ ਵੇਖੋ ਜੀ, ਸਾਡੇ ਕੋਲ ਇੱਥੇ ਰਹੇ ਨੇ ਆਪਣੇ ਮਾਨਯੋਗ ਕਾਹਨ ਸਿੰਘ ਪੰਨੂ, ਬਹੁਤ ਕੰਮ ਕੀਤਾ। ਸੰਘਾ ਸਾਹਿਬ ਰਹੇ ਨੇ, ਬਹੁਤ ਕੰਮ ਕੀਤਾ। ਪੁਰੀ ਸਾਹਿਬ ਰਹੇ ਨੇ, ਬਹੁਤ ਕੰਮ ਕੀਤਾ। ਸਿੱਧੂ ਸਾਹਿਬ ਰਹੇ ਨੇ, ਬਹੁਤ ਕੰਮ ਕੀਤਾ। ਕਰਨਵੀਰ ਸਿੱਧੂ ਹੁੰਦੇ ਸੀ ਨਾ, ਬੜਾ ਕੰਮ ਕੀਤਾ। ਜੀ। ਇਸ ਕਰਕੇ ਜਿਹੜੇ ਨਵੇਂ ਗਿਣੇ ਚੁਣੇ ਬੰਦੇ ਨੇ ਬੜੇ ਕੰਮ ਕਰਨ ਵਾਲੇ ਹੈਗੇ ਸੀ। ਤੇ ਜਿਹੜਾ ਬੰਦਾ 9 ਵਜੇ ਆ ਕੇ ਚਾਹ ਪੀ ਛੱਡਣੀ ਹੈ ਤੇ ਫੀਮ ਖਾ ਛੱਡਣੀ, ਉਹ ਦੱਸੋ ਕਰਾਂਗੇ। ਫੀਮ ਖਾਣੀ ਹੁੰਦੀ ਜੋ ਕੰਮ ਨਹੀਂ ਕਰਨਾ ਕਿਸੇ ਦਾ। ਇਸ ਕਰਕੇ ਅਸੀਂ ਕਹਿੰਦੇ ਵੀ ਇਹੋ ਜਿਹੇ ਬੰਦਿਆਂ ਨੂੰ ਚੰਨੀ ਸਾਹਿਬ ਬਦਲ ਕੇ ਤੇ ਕਿਤੇ ਹੋਰ ਲਾਓ। ਤੇ ਕਿਹਦੀ ਸਿਫਾਰਿਸ਼ ਨੇ ਇਹੋ ਜਿਹੇ ਬੰਦੇ, ਮੈਨੂੰ ਨਹੀਂ ਪਤਾ ਜੀ। ਨਾਲੇ ਤਰਸ ਦੇ ਆਧਾਰ ਦੀ ਨੌਕਰੀ ਮਿਲਦੀ ਹੈ, ਉਹਨਾਂ ਦੇ ਵਿੱਚੋਂ 90% ਇੱਧਰ ਨਿਕਲਦੇ, 10% ਸਹੀ ਹੁੰਦੇ ਆ ਜਿਹੜੇ ਆਪਣੀ ਡਿਊਟੀ ਸਮਝਦੇ ਆ, ਕਿਉਂਕਿ ਉਹਨਾਂ ਨੂੰ ਆਊਟ ਆਫ ਵੇ ਜਾ ਕੇ ਸਭ ਕੁਝ ਮਿਲਿਆ ਹੁੰਦਾ ਜੀ। ਇਸ ਕਰਕੇ ਚੰਨੀ ਸਾਹਿਬ ਨੇ ਜਿਹਨੂੰ ਵੈਸੇ ਜਿਹਦੇ ਕਹਿੰਦੇ ਨਾ ਅੰਗਰੇਜ਼ੀ ਦੇ ਵਿੱਚ ਕਹਿੰਦੇ ਬੋਰਨ ਵਿਦ ਦਾ ਗੋਲਡਨ ਸਪੂਨ ਇਨ ਮਾਊਥ, ਜਿਹਨੂੰ ਇਹ ਸੁਣੇ ਕਹਿੰਦੇ ਪਰੋਸ ਕੇ ਚੀਜ਼ਾਂ ਥਾਲੀ 'ਚ ਮਿਲ ਗਿਆ ਨਾ, ਉਹਨੂੰ ਤਾਂ ਫਿਰ ਚੀਜ਼ ਕੋਈ ਚੰਗੀ ਨਹੀਂ, ਉਹ ਤਾਂ ਬਸ ਐਂ ਸਮਝਦੇ ਪਤਾ ਨਹੀਂ ਬਸ। ਬਿਲਕੁਲ ਜੀ। ਵੇਖੋ ਆਪਾਂ 4 ਮੰਗਾਂ ਰੱਖਤੀਆਂ ਜਿਹੜੀਆਂ ਸਿੱਧੂ ਸਾਹਿਬ ਨੇ ਕਿਹਾ ਸੀਗਾ, ਉਹਨਾਂ ਚੋਂ ਅਜੇ ਤੱਕ ਇੱਕ ਤੇ ਵੀ ਚੰਨੀ ਸਾਹਿਬ ਨੇ ਕੋਈ ਸਹੀ ਨਹੀਂ ਪਾਈ ਤੇ ਨਾ ਕੋਈ ਦੱਸਿਆ ਹੀ ਤੇ ਅਸੀਂ ਕਰਾਂਗੇ। ਤੁਹਾਨੂੰ ਪਤਾ ਹੋਏਗਾ ਤੇਲੰਗਾਨਾ ਦੇ ਵਿੱਚ ਆਂਧਰਾ ਪ੍ਰਦੇਸ਼ ਮਾਈਨਿੰਗ ਕਾਰਪੋਰੇਸ਼ਨ ਬਣੀ, ਵਾਈਨ ਕਾਰਪੋਰੇਸ਼ਨ ਬਣੀ ਹੈ। ਜਿਹੜੀਆਂ ਸਕੀਮਾਂ ਸਿੱਧੂ ਸਾਹਿਬ ਲੈ ਕੇ ਜੀ ਬੁਲਾਓ, ਉੱਥੇ ਕੋਈ ਨਹੀਂ ਬਣਾਉਂਦੇ, ਬਣਾਓ। ਸਿੱਧੂ ਸਾਹਿਬ ਕਹਿੰਦੇ ਆ ਵੀ ਜੇ ਅਸੀਂ ਵਾਈਨ ਕਾਰਪੋਰੇਸ਼ਨ ਬਣਾਈਏ ਤੇ 40,000 ਨੌਜਵਾਨਾਂ ਨੂੰ ਨੌਕਰੀ ਦੇ ਸਕਦੇ ਅਸੀਂ। ਬਿਲਕੁਲ। ਮਾਈਨਿੰਗ ਕਾਰਪੋਰੇਸ਼ਨ ਬਣਾ ਦੇ, ਇਸ ਤੋਂ ਵੱਧ ਲੋਕਾਂ ਨੂੰ ਨੌਕਰੀ ਦੇ ਸਕਦੇ ਹੋ, ਚਾਹੀਦਾ ਸਾਨੂੰ ਕੀ ਹੈ। ਤੇ ਜੇ ਆਪਾਂ ਉਹੀ ਗੱਲਾਂ ਕਰ ਛੱਡੀਆਂ ਤੇ ਗੱਲ ਕੋਈ ਕਰਨਾ ਨਹੀਂ, ਕੰਮ ਕੋਈ ਕਰਨਾ ਨਹੀਂ, ਜਾਂ ਤੁਹਾਨੂੰ ਕੋਲ ਤੁਹਾਡੇ ਸਾਥੀ ਕਰ ਨਹੀਂ ਦਿੰਦੇ, ਜਾਂ ਫਿਰ ਤੁਹਾਡੇ ਕੋਲ ਇੱਛਾ ਸ਼ਕਤੀ ਦੀ ਘਾਟ ਆ, ਤੁਸੀਂ ਗੱਲਾਂ ਕਰ ਛੱਡ ਕੰਮ ਨਹੀਂ ਕਰਦੇ ਜੀ। ਰੌਲਾ ਹੈ ਨਾ ਜੀ, ਕੰਮ ਕਰਨ ਨੂੰ ਜੀ ਕਰੇ ਤਾਂ ਕੀ ਨਹੀਂ ਹੁੰਦਾ, ਪਰ ਗੱਲੀ ਬਾਤੀ ਕਹਿੰਦੇ ਨਾ। ਇੱਕ ਆ ਸੋਸ਼ਲ ਮੀਡੀਆ ਨੇ ਤਾਂ ਇਹ ਕਹਿੰਦਾ ਵੀ ਸ਼ੋਸ਼ੇ ਛੱਡੀ ਚੱਲੋ। ਸੋਸ਼ਲ ਮੀਡੀਆ ਕਾਹਦਾ? ਇਹ ਤਾਂ ਸੋਸ਼ਲ ਮੀਡੀਆ ਹੈ ਜੀ। ਤੇ ਬੱਲੇ ਉਹ ਬੱਲੇ ਤਾਂ ਭਰਾਵਾ ਜਦੋਂ ਤੁਸੀਂ ਜਾਓਗੇ ਨਾ ਪਿੰਡਾਂ 'ਚ, ਉਦੋਂ ਪਤਾ ਲੱਗਣਾ, ਜਦੋਂ ਲੋਕਾਂ ਨੇ ਤੁਹਾਨੂੰ ਠੱਲਿਆ ਉਖਲੀਆਂ ਵਾਲੀ ਸੜਕਾਂ ਦੇ ਵਿੱਚ ਤੇ ਖੱਡਿਆਂ ਵਾਲੀਆਂ ਟੋਇਆਂ ਵਾਲੀਆਂ ਸੜਕਾਂ 'ਚ, ਹੈ ਜੀ। ਤੇ ਤੁਸੀਂ ਮਾਸਟਰ ਮੋਹਨ ਲਾਲ ਜੋ ਕਿਹਾ, ਮਾਸਟਰ ਮੋਹਨ ਲਾਲ ਭਾਜਪਾ ਦਾ ਸਾਬਕਾ ਮੰਤਰੀ, ਪਹਿਲਾਂ ਟਰਾਂਸਪੋਰਟ ਮੰਤਰੀ ਰਿਹਾ, ਮੁੜ ਕੇ ਉੱਚ ਸਿੱਖਿਆ ਮੰਤਰੀ ਰਿਹਾ ਜੀ। ਉਹ ਕਹਿੰਦਾ ਵੀ ਜਦੋਂ ਮੈਂ ਟਰਾਂਸਪੋਰਟ ਮਿਨਿਸਟਰ ਸੀ, ਮੈਂ 10 ਬੱਸਾਂ ਫੜ ਕੇ ਅੰਦਰ ਕੀਤੀਆਂ ਸੀ ਤੇ 10 ਦੇ ਉੱਤੇ ਰੌਲਾ ਪਾਤਾ ਸੀ ਬਾਦਲ ਸਾਹਿਬ ਨੂੰ। ਪੰਡਤ ਜੀ ਕਰੀ ਜਾਂਦੇ, ਤੁਸੀਂ ਛੱਡੋ ਇਹਨਾਂ ਨੂੰ,
ਕਹਿੰਦਾ ਕੀ ਕਰਦੇ ਸੀ, ਸਾਡਾ ਤੇ ਪਿਓ ਸੀਗਾ, ਉਹ ਮੁੱਖ ਮੰਤਰੀ ਸੀ, ਬੋਲ ਨਹੀਂ ਸਕਦੇ, ਠੀਕ ਹੈ ਜੀ। ਕਹਿੰਦਾ ਪਰ ਫਿਰ ਵੀ ਮੇਰਾ ਮਹਿਕਮਾ ਇਸੇ ਕਰਕੇ ਬਦਲਤਾ ਵੀ ਮੈਂ ਥੋੜੀ ਸਖਤੀ ਕਰ। ਉਹਨਾਂ ਕਿਹਾ ਵੀ ਰਾਜਾ ਵੜਿੰਗ ਬਹੁਤ ਵਧੀਆ ਕੰਮ ਕਰ ਰਿਹਾ, ਮਾੜਾ ਨਹੀਂ ਕਰ ਜੀ। ਜਿਹੜੀਆਂ ਨਜਾਇਜ਼ ਬੱਸਾਂ ਫੜ ਰਿਹਾ ਵਾ, ਟੈਕਸ ਗਰਾ ਰਿਹਾ ਵਾ, ਵਧੀਆ ਕੰਮ ਵਾਲੀਆ ਸਾਹਿਬ, ਇਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ, ਸ਼ਰਮ ਹੋਣੀ ਜਿਹੜੀ ਟਰਾਂਸਪੋਰਟ ਨੂੰ 14 ਸਾਲਾਂ ਤੋਂ ਟੈਕਸ ਨਹੀਂ ਭਰੇ। ਮੈਂ ਕਹੀ ਨੇੜਦੀ ਨਹੀਂ ਲੰਘਦੇਗੇ, ਦੱਸੋ। ਫਿਰ ਗੱਡੀਆਂ ਫਿਰ ਕਹਿਣਗੇ ਜੀ ਸਾਨੂੰ ਘਾਟਾ ਪੈ ਗਿਆ। ਮੈਂ ਹੈਰਾਨ ਹੈ ਵੀ 2-2 ਕਰੋੜ ਦੀਆਂ ਕਾਰਾਂ ਕਿੱਥੋਂ ਲਈ ਜਾਂਦੇ ਨੇ, ਮਹਿਲਾਂ ਵਰਗੇ ਘਰ ਪਾਈ ਜਾਂਦੇ ਨੇ, ਰਾਜਿਆਂ ਵਰਗੇ ਬੱਚਿਆਂ ਦੇ ਵਿਆਹ ਕਰੀ ਜਾਂਦੇ ਨੇ, ਫਿਰ ਕਹਿੰਦੇ ਸਰਕਾਰ ਦਾ ਟੈਕਸ ਭਰਨ ਵੇਲੇ ਪਤਾ ਨਹੀਂ ਕੀ ਮਾਂ ਮਰ ਜਾਂਦੀ ਹੈ। 95 ਕਰੋੜ ਰੁਪਈਆ ਇਹਨਾਂ ਨੂੰ ਟੈਕਸ ਦਾ ਮਾਫ ਕੀਤਾ ਜਦੋਂ ਕਰੋਨਾ ਸੀ ਸਰਕਾਰ, ਚਲੋ ਕਰਤਾ। ਲੇਕਿਨ ਜਿਹੜੇ 14 ਸਾਲ ਟੈਕਸ ਹੀ ਨਹੀਂ ਭਰਿਆ, 4 ਸਾਲ ਕੈਪਟਨ ਸਾਹਿਬ ਦੇ 10 ਅਕਾਲੀਆਂ ਦੇ, ਤੇ ਬਾਕੀ ਜਿਹੜੀ ਸਟੇਟ ਸਵ ਚੱਲੂਗੀ। ਇਸੇ ਕਰਕੇ ਹੁਣ ਟੈਕਸ ਭਰਨਾ ਹੀ ਪੈ ਰਿਹਾ, ਤੇ ਹੁਣ ਪੀੜ ਹੁੰਦੀ, ਬੋਲਦੇ ਤਾਂ ਨਹੀਂ ਹੈਗੇ, ਪੀੜ ਹੁੰਦੀ, ਪੀੜ ਬੜੀ ਹੁੰਦੀ ਹੈ ਨਾ। ਰੌਲਾ ਤਾਂ ਇਹੀ ਹੈ ਵੀ ਇਹਨਾਂ ਨੂੰ ਐਂ ਲੱਗਦਾ ਵੀ ਸਾਡੀ ਜੇਬ ਚੋਂ ਕੱਢਦੇ ਆ ਇਹ। ਹਾਂ, ਉਹਦੇ ਤੇ ਹੁਣ ਮਾਸਟਰ ਲੋਨ ਕੀ ਹੁੰਦਾ। ਹਾਂ ਮਾਸਟਰ ਮੋਹ ਲੈਂਦਾ ਵੀ ਰਾਜਾ ਜੀ ਜਿੱਦਾਂ ਤੁਸੀਂ ਕੰਮ ਕਰਦੇ ਏਦਾਂ। ਉਹ ਸਮਾਂ ਸੀ ਜਦੋਂ ਅਸੀਂ ਅੰਦੋਲਨ ਕਰਦੇ ਸੀ, ਅੰਦੋਲਨ ਕਰਦੇ ਸਰਕਾਰ ਦੇ ਕੰਨ ਤੇ ਜੂੰ ਸਰਕਦੀ ਸੀ। ਅੱਜ ਤੁਸੀਂ ਜੋ ਮਰਜ਼ੀ ਕਰ ਲਓ, ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ, ਜੋ ਮਰਜ਼ੀ ਅੰਦੋਲਨ ਕਰ ਲਓ ਤੁਸੀਂ। ਲੇਕਿਨ ਅੱਜ ਤੁਹਾਨੂੰ ਚਾਹੀਦੀ ਹੈ ਮੈਨੇਜਮੈਂਟ, ਆਪਣੇ ਮਹਿਕਮੇ ਨੂੰ ਮੈਨੇਜ ਕਿਵੇਂ ਕਰਨਾ ਜੀ। ਮੈਨੇਜ ਕਰਨ ਦਾ ਤਰੀਕਾ ਇੱਕੋ ਹੀ ਆ ਵੀ ਬਲਕ ਵਿੱਚ ਬੱਸਾਂ ਆਪਣੀਆਂ ਪਾ ਦੇ। ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ 60 ਤੋਂ ਲੈ ਕੇ 65% ਜਿਹੜੀਆਂ ਉਹ ਪ੍ਰਾਈਵੇਟ, ਤੇ 30 ਤੋਂ ਲੈ 40 ਤੋਂ ਲੈ ਕੇ ਜਿਹੜੀ 35% ਜਿਹੜੀਆਂ ਉਹ ਸਿਰਫ ਸਰਕਾਰੀ ਬੱਸਾਂ ਹੈਗੀਆਂ। ਤੁਸੀਂ 842 ਬੱਸਾਂ ਪਾ ਕੇ ਕੁਛ ਨਹੀਂ ਕਰ ਸਕਦੇ। ਇੱਥੇ 2-4 ਹਜ਼ਾਰ ਬੱਸ ਇਕੱਠੀ ਪਾਓ, ਪਰ ਉਹ 2 ਮਹੀਨਿਆਂ ਚ ਪੈਣੀ ਨਹੀਂ ਨਾ। ਰੌਲਾ ਤਾਂ ਉਹ ਕਹਿੰਦੇ ਆ ਵੀ ਜਿਹੜਾ ਤੁਹਾਡਾ ਅਸੀਂ ਐਗਰੀਮੈਂਟ ਕੀਤਾ ਸੀ ਪੰਜਾਬ ਵਿੱਚ ਸਿੰਧ ਬੈਂਕ ਦਾ, ਉਹ ਅੱਜ ਵੀ ਸਾਡਾ ਸਟੈਂਡ ਕਰਦਾ। ਅੱਛਾ, ਉਹਨਾਂ ਕੋਲ ਲੋਨ ਲਓ ਤੇ ਪਾ ਲਓ ਤੁਸੀਂ, ਭਾਵੇਂ ਨਹੀਂ ਪੈਣੀਆਂ ਜੀ। ਉਹਨਾਂ ਨੇ ਇੱਕ ਆਪਣਾ ਦੱਸਿਆ ਵੀ ਤੁਸੀਂ ਇਹਨੂੰ ਮੈਨੇਜਮੈਂਟ ਚਲਾ ਸਕਦੇ ਹੋ, ਬੱਸਾਂ ਪਾ ਕੇ ਬਰਾਬਰ ਤੇ ਮੁਕਾਬਲੇ 'ਚ ਖੜੀ ਕਰ ਸਕਦੇ ਹੋ। ਇੰਨਾ ਕੁ ਤੁਹਾਡਾ ਜਿਹੜਾ ਹੈਗਾ ਨਾ ਟਰਾਂਸਪੋਰਟ ਮਾਫੀਆ ਇੰਨਾ ਸਟਰੋਂਗ ਹੈ, ਤੁਸੀਂ ਆਉਣ ਵਾਲੇ ਦਿਨਾਂ ਨਹੀਂ ਮੰਨ ਵੀ ਗਿਆ ਰਾਜਾ, ਫਿਰ ਮੰਨ ਵੀ ਗਿਆ, ਕਹਿੰਦਾ ਮਾਫੀਆ, ਕਹਿੰਦਾ ਬੜਾ ਤਕੜਾ, ਕਹਿੰਦਾ ਬੜਾ ਤਕੜਾ ਮਾਫੀਆ। ਕਿਉਂਕਿ ਅਫਸਰ ਨੇ, ਦੇਖੋ ਬੜੀ ਸਿੱਧੀ ਜੀ ਗੱਲ ਹੈ, ਇਹਨਾਂ ਨੇ ਅਫਸਰ ਬਰਾਬਰ ਭਰਤੀ ਕੀਤੇ ਹੋਏ ਆ ਅੰਦਰ। ਬਿਲਕੁਲ ਭਰਤੀ ਜੀ ਜੀ, ਬਿਲਕੁਲ ਭਰਤੀ ਕੀਤੇ। ਕਹਿੰਦਾ ਜਦੋਂ ਮਰਜ਼ੀ ਸਾਡੇ, ਕਹਿੰਦੇ ਸਾਰੇ ਨਹੀਂ, ਹਾਂ ਨਹੀਂ ਬੜੇ ਹੈਗੇ ਨੇ, ਐ ਤਾਂ ਚੰਗੇ ਬੰਦੇ ਹੈਗੇ ਵਿੱਚ, ਗੱਲਾਂ ਕੱਢ ਕੇ ਦੱਸਦੇ ਹੈਗੇ ਆ। ਸਾਡੇ ਜਿਹੜੇ ਅਫਸਰ ਨੇ ਉਹ ਹੀ ਇਹਨਾਂ ਦਾ ਸਮਝੌਤਾ ਕਰਦੇ ਆ, ਉਹ ਹੀ ਇਹਨਾਂ ਨੂੰ ਕਹਿੰਦੇ ਭਾਈ ਦੱਸੋ ਤੁਸੀਂ ਆਪਣੀ ਗੱਡੀ ਚਲਾਈਓ, ਤੁਹਾਨੂੰ ਕੁਛ ਨਹੀਂ ਕਹਿੰਦੇ, ਸਾਨੂੰ ਕੀ ਦਿੰਦੇ ਹੋ ਤੁਸੀਂ। ਕਾਲ ਲੈ ਲਈਏ ਜੀ 92-164 ਤੇ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਗਜੀਤ ਬੋਲਦਾ ਵੀਰੇ। ਹਾਂਜੀ ਬੱਤੀ ਸਾਹਿਬ ਪੁੱਛਣਾ ਸੀਗਾ ਕਿ ਪਿੱਛੇ ਜੇ ਕਿ ਵੀ ਰੌਲਾ ਪਿਆ ਸੀ, ਜਿਹੜਾ ਜਿੰਨੇ ਵੀ MLA ਆ ਪੰਜਾਬ ਦੇ, ਤੇ ਇਹਨਾਂ ਨੇ ਜਿਹੜਾ ਆਪਦੇ ਇਨਕਮ ਟੈਕਸ ਭਰਨਾ ਸੀ ਉਹ ਵੀ ਖਜ਼ਾਨੇ 'ਚ ਹੀ ਭਰਿਆ ਸੀ, ਉਹ ਗੱਲ ਸੱਚੀ ਸੀਗੀ ਜੀ? ਬਿਲਕੁਲ ਠੀਕ ਹੈ ਜੀ, ਤੁਸੀਂ ਠੀਕ ਹੈ ਜੀ, ਬਿਲਕੁਲ ਜੀ, ਤੁਸੀਂ ਬਿਲਕੁਲ ਠੀਕ ਹੈ ਜੀ। ਇਹਨਾਂ ਨੇ ਜਿਹੜਾ ਟੈਕਸ ਸੀ ਉਹ ਬਕਾਇਦਾ ਤੌਰ ਤੇ ਸਰਕਾਰੀ ਖਜ਼ਾਨੇ 'ਚ ਭਰਿਆ। ਹਾਂਜੀ, ਹਾਂ। ਅਸੀਂ ਅੱਜ ਵੀ ਇਸ ਗੱਲ ਦੀ ਮੰਗ ਕਰਦੇ ਆ, ਚੰਨੀ ਸਾਹਿਬ ਇਹੋ ਹੀ ਕੰਮ ਕਰ ਜੋ। ਪਹਿਲੀ ਗੱਲ ਤੇ ਇਹਨਾਂ ਦੀ ਪੈਨਸ਼ਨ ਇੱਕ ਕਰ ਜੋ ਜੀ। ਦੂਸਰੀ ਜੀ ਜਿੰਨਾ ਟੈਕਸ ਹੈ ਬਾਕੀ ਲੋਕ ਵਾਂਗੂ ਇਹ ਆਪਣੇ ਜਿਹੜੀ ਤਨਖਾਹ ਮਿਲਦੀ ਭਰਨ। ਕਿਉਂ ਸਟੇਟ ਭਰੇ ਜੀ? ਇਹਨਾਂ ਦੀ ਤਨਖਾਹਾਂ ਤਾਂ ਵਧਾ ਦਿੰਦੇ ਤੁਸੀਂ। ਆਮ ਮੁਲਾਜ਼ਮ ਦੀ ਤਨਖਾਹ ਵਧਾਉਣ ਲੱਗਿਆ ਵੀ ਬੜੀ ਮੁਸ਼ਕਲ ਹੁੰਦੀ ਹੈ। ਅੱਜ ਦੀ ਡੇਟ ਦੇ ਵਿੱਚ ਪ੍ਰਗਟ ਸਿੰਘ ਨੇ ਵੇਖੋ ਕੀਤਾ ਜੀ, ਜਿਹੜੀਆਂ ਸਾਡੀਆਂ ਉਹ ਹੜਤਾਲਾਂ ਖਤਮ ਕਰਾ ਜੀ, ਮੀਟਿੰਗਾਂ ਕੀਤੀ ਉਹਨਾਂ ਨੇ ਬਹਿ ਕੇ, ਉਹ ਵੀ ਆਪਣੀ ਮੀਟਿੰਗ ਕਰੀ। ਤੁਸੀਂ ਕੀ ਚਾਹੁੰਦੇ ਹੋ? ਜੋ ਕਿਸੇ ਦਾ ਹੱਕ ਬਣਦਾ, ਜੋ ਕੁਛ ਦੇਤਾ, ਕੁਛ ਵਾਅਦਾ ਕਰ ਲਿਆ, ਠੀਕ ਹੈ ਜੀ, ਉਹ ਚੁੱਪ ਕਰਕੇ ਵਿਚਾਰੇ ਜੀ। ਜਦੋਂ ਅਸੀਂ ਘਰੋਂ ਨਿਕਲਣੇ ਨਹੀਂ, ਕੰਮ ਹੀ ਨਹੀਂ ਕਰਨਾ, ਤੇ ਫਿਰ ਕਰਨਾ ਕੀ ਸੀ? ਕੀ ਫਰਾਂਸ ਦੇ ਵਿੱਚ ਇੱਕ ਟੀਚਰ ਸੀਗਾ ਜੀ, ਟੀਚਰ ਦਾ ਚਲਾਨ ਹੋ ਗਿਆ, ਉਹ ਤਰੀਕ ਤੇ ਨਹੀਂ ਜਾ ਸਕਿਆ। ਜਦੋਂ ਤਰੀਕ ਤੇ ਨਹੀਂ ਗਿਆ ਤਾਂ ਉਹ ਆਰਡਰ ਕਰਤੇ ਕਿ ਉਹਨੂੰ ਫੜ ਕੇ ਲਿਆਂਦਾ ਜਾ ਜੀ। ਜੱਜ ਕੋਲੇ ਜਦੋਂ ਪੇਸ਼ ਕੀਤਾ ਗਿਆ, ਲਿਆ ਕੇ ਉਹਨੂੰ, ਤੋਂ ਕਹਿੰਦਾ ਜੀ, ਉਹਦਾ ਵੀ ਤੂੰ ਆਇਆ ਕਿਉਂ ਨਹੀਂ ਬਈ? ਠੀਕ ਤੇ ਨਹੀਂ ਆਇਆ? ਕਹਿੰਦਾ ਜੀ ਕੰਮ ਹੀ ਇੰਨੇ ਜ਼ਿਆਦਾ ਹੁੰਦੇ, ਚਿੱਤਾ ਹੀ ਭੁੱਲ ਗਿਆ, ਮੈਨੂੰ ਖਿਆਲ ਨਹੀਂ ਰਹਿੰਦਾ ਜੀ। ਕਹਿੰਦਾ ਕੰਮ ਕੀ ਕਰਦੇ ਹੋ ਤੁਸੀਂ? ਕਹਿੰਦਾ ਮੈਂ ਟੀਚਰ ਆ।
ਉਹ ਜੱਜ ਬਕਾਇਦਾ ਤੌਰ ਤੇ ਆਪਣੀ ਕੁਰਸੀ ਤੋਂ ਉੱਠਿਆ ਤੇ ਤੈਨੂੰ ਟੀਚਰ ਨੇ ਸਰੀਟ ਮਾਰਿਆ ਜੀ ਵੀ ਤੇਰੇ ਵਰਗੇ ਟੀਚਰ ਦਾ ਪੜਾਇਆ ਮੈਂ ਕੁਰਸੀ ਤੇ ਬਿਠਾ ਜਾਓ ਮਾਫ ਸਭ ਕੁਝ ਜਾਓ ਕੋਈ ਵਾਕਿਆ ਤੁਹਾਨੂੰ ਟਾਈਮ ਨਹੀਂ ਮਿਲਿਆ ਤੁਹਾਨੂੰ ਬੜਾ ਕੰਮ ਕਰਨਾ ਪੈਂਦਾ ਜਾਓ ਤੁਸੀਂ ਕੋਈ ਗੱਲ ਇਸ ਕਰਕੇ ਮੇਰਾ ਕਹਿਣ ਤੋਂ ਭਾਵ ਆ ਵੀ ਟੀਚਰਾਂ ਨੂੰ ਡਾਂਗਾ ਬੇਰੁਜ਼ਗਾਰਾਂ ਨੂੰ ਡਾਂਗਾ ਕਿਸਾਨਾਂ ਨੂੰ ਦਾਮ ਕਰਕੇ ਵਿਖਾਓ ਤੁਹਾਡੇ ਬੂਹੇ ਦੇ ਪੰਦਰ ਜੋ ਮਰਜ਼ੀ ਹੋ ਜੇ ਇਸ ਕਰਕੇ ਇਹਨਾਂ ਨੂੰ ਡਾਂਗਾ ਮਾਰਨ ਦੀ ਬਜਾਏ ਜਿਹੜਾ ਸੀ ਉਹਦਾ ਨਾਮ ਜਿਹੜਾ ਸੀ ਬੈਠ ਕੇ ਪਿਆਰ ਨਾਲ ਸਤਿਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਜਿੱਥੇ ਹੁਣ ਪ੍ਰਗਟ ਸਿੰਘ ਨੇ ਕੀਤੀ ਜੀ ਜੀ ਰਾਜ ਕੁਮਾਰ ਜਿਹੜਾ ਸੜਕਾਂ ਤੁਰਿਆ ਫਿਰਦਾ ਜਦ ਨਵਾਂ ਮੰਤਰੀ ਬਣਿਆ ਕਿਉਂ ਨਹੀਂ ਬਾਕੀ ਮੰਤਰੀ ਬਦਲੇ ਹੋਮ ਮਿਨਿਸਟਰ ਸੁਖੀ ਰੰਧਾਵਾ ਬਣਿਆ ਕੀ ਕੀਤਾ ਅਜੇ ਤੱਕ ਦੱਸੇ ਸੀ ਗੱਲਾਂ ਕੀਤੀਆਂ ਕਦੀ ਫਲਾਣੇ ਦਿਨ ਕਰੀ ਕਦੇ ਢਿੰਗੜੀ ਦਿਨ ਕਰੀ ਖੋਲ ਦਿਆਂਗੇ ਅਸੀਂ ਕੀਤਾ ਕੀ ਹੈ ਡਿਪਟੀ ਮੁੱਖ ਮੰਤਰੀ ਤੁਸੀਂ ਸੋਧੀ ਬਣਾਇਆ ਉਹਨੇ ਕੀ ਕੀਤਾ ਦੱਸੋ ਇਸ ਕਰਕੇ ਚਾਹੀਦਾ ਇਹ ਹੈ ਜੀ ਜਾਂ ਤੇ ਬੰਦੇ એનર્ਜੀ ਵਾਲੇ ਜਿਹਨਾਂ ਨੂੰ ਕੰਮ ਕਰਨ ਦਾ ਸ਼ੌਕ ਹੋਵੇ ਜਿਹੜੇ ਕੰਮ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਲਾਇਆ ਜਾਵੇ ਵੀ ਤੁਸੀਂ ਕੰਮ ਕਰੋ ਆਫੀਸ਼ੀਅਲ ਮਸ਼ੀਨਰੀ ਜਿਹੜੀ ਆ ਮੈਂ ਇੱਕ ਤੁਹਾਨੂੰ ਆਪਣੀ ਹਾਲੀ ਬੀਤੀ ਸੁਣਾਉਣ ਲੱਗਾ ਜੀ ਇੱਕ ਵਾਰੀ ਕਿਸੇ ਅਫਸਰ ਕੋਲੇ ਮੈਂ ਚਲੇ ਗਿਆ ਉਹ ਮੇਰਾ ਵਾਕਫ ਸੀ ਮੈਂ ਕਿਹਾ ਯਾਰ ਆ ਦੋ ਬੰਦੇ ਮੇਰੇ ਰਿਸ਼ਤੇਦਾਰ ਪੁਲਿਸ ਦੇ ਕੇ ਬਦਲੀ ਕਰਦੇ ਨੇ ਉਹ ਹਫਤਾ ਪਰ ਮਟਰਗੋਂ ਰਹਿ ਕਰ ਦਿੰਦੇ ਜੀ ਹੁਣੇ ਕਰਨੇ ਕੱਲ ਕਰਦੇ ਨੇ ਪਰਸੋਂ ਕਰਦੇ ਨੇ ਕੋਈ ਗੱਲ ਇੱਕ ਦਿਨ ਉਹਦਾ ਉਸਤਾਦ ਉਹ ਵੀ ਉਸੇ ਰੈਂਕ ਦਾ ਬੰਦਾ ਸੀ ਉਹਦੇ ਕੋਲ ਆ ਗਿਆ ਜੀ ਉਹਨੂੰ ਆ ਕੇ ਆਂਦਾ ਕਹਿੰਦਾ ਯਾਰ ਬਾਕੀ ਸਾਰੇ ਬੰਦੇ ਕਹਿੰਦੇ ਮੈਨੂੰ ਤੁਸੀਂ ਬੈਠੇ ਰਹੋ ਜੀ ਤਾਂ ਦੋਵੇਂ ਸੇਮ ਰੈਂਕ ਦੇ ਬੰਦੇ ਨੇ ਅਫਸਰ ਨੇ ਗਸੜ ਅਫਸਰ ਉਹ ਕਹਿੰਦਾ ਗਾਲ ਕੱਢ ਕੇ ਮੋਟੀ ਜੀ ਕਹਿੰਦਾ ਮੈਨੂੰ ਇਹ ਦੱਸ ਮੇਰੇ ਤੇ ਸਵਾਏ ਤੇਰਾ ਕੋਈ ਹੋਰ ਵੀ ਕੋਈ ਹੈਗਾ ਸੀ ਦੋਸਤਾਰ ਹੈਗਾ ਸੀ ਜੀ ਕਹਿੰਦਾ ਨਹੀਂ ਸਰ ਤੁਸੀਂ ਉਸਤਾਦ ਸੀ ਮੇਰੇ ਉਹ ਕਹਿੰਦਾ ਤੈਨੂੰ ਮੈਂ ਕਿਹਾ ਮੇਰੇ ਗੱਲ ਇੱਥੋਂ ਬਦਲ ਕੇ ਇੱਥੇ ਕਰਨੇ ਬਸ ਜੀ ਤੇ ਤੂੰ ਉਹ ਨਹੀਂ ਕਰ ਸਕਿਆ ਉਹ ਅੱਗੋਂ ਹਾਸਾ ਪਤਾ ਕੀ ਕਹਿੰਦਾ ਸਰ ਤੁਸੀਂ ਆਪੇ ਤੇ ਕਿਹਾ ਸੀ 99% ਦੇ ਬੰਦਿਆਂ ਨੂੰ ਟਰਕਾਈਦਾ ਹੁੰਦਾ ਉਹ ਕਹਿੰਦਾ ਮੈਨੂੰ ਇਸੇ ਕਰਕੇ ਰੱਖ ਲਈ ਤੂੰ ਉਹ ਫਿਰ ਉਹਦੇ ਝਾੜ ਝੰਮ ਕਰਦੇ ਮੇਰੀ ਵੀ ਜਿਹੜੀ ਦੋ ਬਦਲੀ ਹੋਈ ਹੋ ਗਈ ਹੈ ਉਹਦੀ ਗੱਲ ਮੰਨਦੀ ਹੋ ਗਈ ਮਤਲਬ ਇਹ ਸਾਡੀ ਮਾਨਸਿਕਤਾ ਅਫਸਰਾਂ ਦੀ ਇਹ ਤੇ ਕੰਮ ਨਹੀਂ ਕਿਸੇ ਦਾ ਕਰਨਾ ਜੋ ਮਰਜ਼ੀ ਇਹ ਕਿਸਾਨ ਚੰਗੀ ਗੱਲ ਰੌਲਾ ਪਾਉਂਦੇ ਆ ਚੀਕਾਂ ਮਾਰਦੇ ਨੇ ਤੁਸੀਂ ਆਂਧਰਾ ਪ੍ਰਦੇਸ਼ ਚਲ ਜਾਓ ਕਰਨਾਟਕਾ ਚਲ ਜਾਓ ਤੁਹਾਨੂੰ ਕੋਈ ਡੀਸੀ ਕੋਈ ਅਫਸਰ ਦਫ਼ਤਰ 'ਚ ਬਹੁਤ ਘੱਟ ਟਾਈਮ ਹੋਊਗਾ ਵੀ ਇਹਦੇ ਤੋਂ ਦਫ਼ਤਰ ਰਹਿਣਗੇ ਇਹਦੇ ਤੋਂ ਫੀਲਡ 'ਚ ਰਹਿਣਗੇ ਲੋਕ ਨਹੀਂ ਆਉਂਦੇ ਉਹਨਾਂ ਵੱਲ ਲੋਕਾਂ ਕੋਲ ਉਹ ਆਪ ਜਾਂਦੇ ਪਿੰਡਾਂ ਦੇ ਵਿੱਚ ਦੱਸੋ ਜੀ ਤੁਹਾਡੀ ਤਕਲੀਫ ਕੀ ਹੈ ਕਿਵੇਂ ਕਰਨੀ ਤੁਹਾਨੂੰ ਪਤਾ ਹੋਏਗਾ ਜਦੋਂ ਬਿਆਨ ਸਿੰਘ ਦੀ ਸਰਕਾਰ ਸੀ ਜੀ ਉਹਨੇ ਬਕਾਇਦਾ ਤੌਰ ਤੇ ਆਲ ਡੀਸੀ ਤੇ ਐਸਪੀ ਨੂੰ ਕਹਿ ਦਿੱਤਾ ਸੀ ਮੈਨੂੰ ਰੋਜ਼ ਦੀ ਰੋਜ਼ ਰਿਪੋਰਟ ਚਾਹੀਦੀ ਤੁਹਾਡੀ ਬਿਲਕੁਲ ਫੋਟੋਗ੍ਰਾਫ ਚਾਹੀਦੇ ਵੀ ਤੁਸੀਂ ਕਿੱਥੇ ਜਾ ਕੇ ਲੋਕਾਂ ਨੂੰ ਮਿਲ ਕੇ ਆਏ ਹੋ ਕਿੱਥੇ ਜਾ ਕੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਵੀ ਸਰਕਾਰ ਨੇ ਪ੍ਰਾਪਤੀਆਂ ਕੀ ਕੀਤੀਆਂ ਲੋਕਾਂ ਦੀਆਂ ਮੁਸ਼ਕਲਾਂ ਕਿੱਥੇ ਸੁਣੀ ਜਾ ਕੇ ਦੱਸੋ ਜੀ ਕਿਉਂਕਿ ਪੁੱਛਣਾ ਨਹੀਂ ਹੈਗਾ ਕੀ ਨਹੀਂ ਹੈਗਾ ਜਿਸ ਤਰ੍ਹਾਂ ਚੰਨੀ ਸਾਹਿਬ ਕੋਈ ਇਤਿਹਾਸ ਫਰੋਲ ਲਓ ਮਾੜਾ ਮੋਟਾ ਕੁਛ ਕਰਕੇ ਵਿਖਾ ਦਿਓ ਚੰਗੇ ਰਹੋਗੇ ਨਹੀਂ ਤੇ ਇਹ ਨਹੀਂ ਵੀ ਠੀਕ ਹੈ ਤੁਸੀਂ ਇੱਕ ਦਲਿਤ ਪਰਿਵਾਰ ਤੋਂ ਆਏ ਤੁਹਾਡੇ ਸਾਰੇ ਸਤਿਕਾਰ ਕਰਦੇ ਤੁਸੀਂ ਸੱਤ ਮੁੱਖ ਮੰਤਰੀ ਲੱਗ ਲੈ ਸਭ ਤੋਂ ਵੱਧ ਪੜ੍ਹੇ ਲਿਖੇ ਬੰਦੇ ਤੇ ਚੰਗੀ ਗੱਲ ਜੇ ਕਰੋਗੇ ਨਹੀਂ ਕਰੋਗੇ ਤੇ ਫਿਰ ਲੋਕ ਜਿਹੜਾ ਅਗਲੇ ਇਲੈਕਸ਼ਨ ਹਰੀ ਜੋ 22 ਦੇ ਵਿੱਚ ਹਿਸਾਬ ਤਾਂ ਬਰਾਬਰ ਕਰ ਲੈਣਗੇ ਆਪਾਂ ਬਿਲਕੁਲ ਜੀ ਬਿਲਕੁਲ ਕਾਲ ਲੈ ਲਈਏ ਜੀ 98 ਤੇ ਆਉਣੇ ਰਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦਰਨੀਵਾਲ ਸਾਹਿਬ ਗੁਰਦਰਸ਼ਨ ਜੀ ਜੀ ਗਰੇਵਾਲ ਸਾਹਿਬ ਜੀ ਗਰੇਵਾਲ ਸਤਿ ਸ਼੍ਰੀ ਅਕਾਲ ਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਥੋੜੀ ਦੇਰ ਪਹਿਲਾਂ ਆਪਾਂ ਗੱਲ ਕਰਦੇ ਸੀ ਮਾਸਟਰ ਮੋਹਨ ਲਾਲ ਦੀ ਉਹ ਤਾਂ ਬਹੁਤ ਹੀ ਨਿਰਪੱਖ ਹੋ ਕੇ ਆਪਦੇ ਨੇ ਜਿੰਨੀ ਕੁ ਉਹਨਾਂ ਕੋਲੇ ਪਾਵਰ ਸੀ ਜੀ ਦਿੱਤੀ ਸੀ ਉਹਨਾਂ ਨੂੰ ਤੁਸੀਂ ਤਾਂ ਦਰਨੀਵਾਲ ਸਾਹਿਬ ਵੇਖਿਆ ਹੀ ਹੈਗਾ ਵੀ ਪਿਛਲੀ ਗਵਰਨਮੈਂਟ ਵੇਲੇ ਕਿਵੇਂ ਬਠਿੰਡੇ ਉਹਨਾਂ ਨੂੰ ਖੜੇ ਖੜੋਤਿਆਂ ਨੂੰ ਛੱਡ ਗਏ ਸੀ ਹਰਸਿਮਰਤ ਵੇਲੇ ਡੀਸੀ ਐਸਐਸਪੀ ਉਹਦੇ ਨਾਲ ਤੁਰ ਗਏ ਉਹ ਕਹਿੰਦਾ ਮੈਂ ਵੀ ਪੁੱਛਿਆ ਤੂੰ ਕੁਛ ਨਹੀਂਗਾ ਤੇ ਜਦੋਂ ਇੰਨੀ ਗੱਲ ਕੀਤੀ ਉਹਨੂੰ ਜਾ ਕੇ ਰਾਤ ਨੂੰ ਕੱਢਤਾ ਤੇ ਉਸ ਤੋਂ ਬਾਅਦ ਜੈਨੀ ਸਾਹਿਬ ਬਣਾਤੇ ਤੇ ਅਸੀਂ ਜੈਨੀ ਸਾਹਿਬ ਕੋਲੇ ਕੰਮ ਗਏ ਟਰਾਂਸਪੋਰਟ ਦੇ ਉਹ ਆਦਾ ਸਰਦਾਰ ਸਾਹਿਬ ਮੇਰੇ ਨਾਲ ਮੋਹਨ ਲਾਲ ਵਾਲੀ ਕਰਾਉਣੀ ਹੈ ਆਦਾ ਮੈਂ ਤਾਂ ਸਿਰਫ ਗੱਡੀਆਂ ਲਈਆਂ ਹੈਗੀਆਂ ਤੇ ਆਪਦਾ ਵਾਜਾ ਵਜਾਉਣਾ ਮੈਂ ਤਾਂ ਕੰਡਕਟਰ ਵੀ ਨਹੀਂ ਬਦਲਦਾ ਤੁਸੀਂ ਆਦੇ ਰੂਟ ਲਾ ਦਿਓ ਤੇ ਵਾਕਿਆ ਜਿਹੜਾ ਇਹਨਾਂ ਦੇ ਖਿਲਾਫ ਸੱਚ ਦੀ ਗੱਲ ਕਰੂ ਜਾਂ ਜੁਰਤ ਰੱਖੂਗਾ ਕੋਈ ਚੰਗਾ ਕੰਮ ਕਰਨ ਦੀ ਤੇ ਉਹਦਾ ਹਾਲ ਤਾਂ ਇਹ ਉਹ ਕਰਦੇ ਆ ਜਿਹੜਾ ਜ਼ਿੰਦਗੀ ਭਰ ਬੰਦਾ ਯਾਦ ਰੱਖੇ ਤੇ ਹੁਣ ਜੇ ਕੋਈ ਵੇਲਾ ਚੰਗਾ ਆਇਆ ਹੈ ਤੇ ਰਾਇਆ ਜਿਵੇਂ ਅਮਰਿੰਦਰ ਕਰੀ ਜਾਂਦਾ ਇਹਦੀ ਵੇਲਿੰਗ ਜਾਂ ਹੋਰ ਤੁਸੀਂ ਦੱਸੀ ਜਾਂਦੇ ਹੋ ਸਾਰਾ ਹੀ ਵਧੀਆ ਹੈ ਤੇ ਉਹ ਕੱਲ ਵਾਲੀ ਗੱਲ ਫਿਰ ਦੁਬਾਰਾ ਯਾਦ ਕਰਦੇ ਸਾਨੂੰ ਸੀਐਮ ਸਾਹਿਬ ਨੂੰ ਜੀ
ਸਮਾਂ ਲੈ ਕੇ ਦਿਓ। ਅਸੀਂ ਵੀ ਆਪਦੇ ਮਾਈਨਰ ਨੂੰ ਅੱਗੇ ਵਧਾਉਣ ਵਾਸਤੇ ਪੈਸੇ ਲੈਣੇ ਆ, ਤੇ ਪੈਸੇ ਬਥੇਰੇ ਆ ਇਹਨਾਂ ਕੋਲੇ ਹੁਣ। ਚਲੋ ਜੀ, ਇਹ ਤਾਂ ਮਿਲ ਲੈਂਦੇ ਆ ਜੀ, ਸੌਖੇ, ਸਮਾਂ ਲੈਣ ਦੀ ਲੋੜ ਹੀ ਨਹੀਂ। ਕਹਿੰਦੇ ਹੁਣ ਸੀ ਚੰਡੀਗੜ੍ਹ ਜਾਓ ਤੇ ਦਰਾਂ ਅੱਗੇ ਖੜ ਜੋ ਬੁਲਾ ਹੀ ਲੈਂਦੇ। ਕਰਦੇ ਆ ਜੀ ਕੋਸ਼ਿਸ਼, ਆਉਂਦੇ ਮੰਗਲਵਾਰ ਕੋਸ਼ਿਸ਼ ਕਰਦੇ ਆ। ਕੱਲ ਨੂੰ ਦੇਖਦੇ ਆ ਪੁਰਾਣਾ ਸੀਐਮ ਕੀ ਆਦਾ ਨਹੀਂ। ਉਦੋਂ ਤੋਂ ਲੈ ਕੇ ਟਾਈਮ ਅਸੀਂ ਮੂਲੇ ਵਾਲਾ ਮਾਈਨਰ, ਸਾਡੇ ਪਾਣੀ ਦੀ ਬਹੁਤ ਹੀ ਤੰਗੀ ਹੈ ਭਾਗਸਰ ਮਾਈਨਰ ਦੇ ਤੇਲਾਂ ਤੇ ਜੀ, ਤੇ ਸਾਡੇ ਤੇ ਜ਼ਰੂਰ ਮਿਹਰਬਾਨੀ ਕਰਨ। ਜੇ ਮਨਪ੍ਰੀਤ ਜੀ ਹੈ ਜਾਂ ਇਹ ਹੈਗੇ ਜਿਨ੍ਹਾਂ ਕੋਲੇ ਹੁਣ ਕਰੋੜਾਂ ਰੁਪਈਆ ਹੈ ਤੇ ਲੋਕਾਂ ਦੀ ਸੁਣਵਾਈ ਕਰੀ ਜਾਂਦੇ, ਇੰਨੇ ਬਿੱਲ ਮਾਫ ਕਰੀ ਜਾਂਦੇ, ਉਹਦੇ ਵਿੱਚ ਇੱਕ ਮਾਈਨਰ ਵੀ ਅੱਗੇ ਵਧਾ ਦੇਣਗੇ ਤੇ ਇਹਨਾਂ ਦਾ ਧੰਨਵਾਦ ਹੋਊਗਾ। ਤੇ ਤੁਸੀਂ ਵੀ ਮਿਹਰਬਾਨੀ ਕਰਕੇ ਯਾਦ ਕਰਵਾਈ ਰੱਖਿਓ। ਥੈਂਕ ਯੂ ਜੀ, ਥੈਂਕ ਯੂ। ਤੇ ਸੈਕੰਡ ਕਾਲ ਜੀ 9264 ਤੇ। ਹੈਲੋ, ਸਤਿ ਸ਼੍ਰੀ ਅਕਾਲ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ ਬੋਲੋ ਜੀ। ਬੇਨਤੀ ਇਹ ਆ ਜੀ, ਆਪਣਾ ਜਿਹੜੀ ਜਨਤਾ ਹੀ ਮੁੱਖ ਮੰਤਰੀ ਹੁੰਦੀ ਆ, ਤੇ ਆਪਣਾ ਰਾਜਾ ਸਾਹਿਬ ਨੂੰ ਵੀ ਮੁੱਖ ਮੰਤਰੀ ਦੀਆਂ ਪਾਵਰਾਂ ਦਿੱਤੀਆਂ ਜਾਣ ਤੇ ਕੰਮ ਵੇਖੋ, ਸਾਰੇ ਮੰਤਰੀ ਮੰਡਲ ਵੇਖੋ ਭੱਜਿਆ ਫਿਰਦਾ ਕਿ ਨਹੀਂ। ਤੇ ਜਿਹੜੇ ਇੰਨੀਆਂ ਜਾਇਦਾਦਾਂ ਬਣਾਈ ਜਾਂਦੇ ਆ, ਬਾਦਲ ਸਾਹਿਬ ਦੇ ਇਹਦਾ ਅੰਪਾਇਰ ਬਣਾਇਆ, ਇੰਨੀ ਤੇ ਜਾਇਦਾਦ ਸਾਰੇ ਪੰਜਾਬ ਦੀ ਨਹੀਂ ਤੇ ਪੰਜਾਬੀਆਂ ਦੀ ਕਿਹੜੇ ਕਈ ਮਾਰ ਕੇ ਕਮਾਈ ਆ। ਇਹਨਾਂ ਨੂੰ ਪੁੱਛੋ ਵੀ ਇਹ ਕਿੱਥੇ ਲੈਣ ਵਿੱਚ ਮੱਚਣਾ, ਇੰਨੀ ਬਣਾਈ ਜਾਂਦੇ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੇਖੋ ਜੀ, ਤੁਹਾਡੀ ਗੱਲ ਦੇ ਕੋਈ ਪ੍ਰਕਿਰਿਆ ਹੁੰਦੀ ਆ, ਇੱਕ ਪਾਰਟੀ ਦੇ ਫੈਸਲੇ ਹੁੰਦੇ, ਮੁੱਖ ਮੰਤਰੀ ਕਿਹਨੂੰ ਬੁਲਾਉਣਾ ਤੇ ਬਾਕੀ ਮੰਤਰੀ ਕਿਹਨੂੰ ਬੁਲਾਉਣਾ। ਰਾਜਾ ਸਾਹਿਬ ਨੇ ਇੱਕ ਗੱਲ ਕਹੀ ਸੀ, ਮੈਨੂੰ ਮੰਤਰੀ ਬਣਾਓ, ਜੇ ਟਰਾਂਸਪੋਰਟ ਦਾ ਬਣਾਓਗੇ ਤੇ ਮੈਂ ਮਾਫੀਆ ਖਤਮ ਕਰ। ਭਾਵੇਂ ਉਹ ਮਾਫੀਆ 10% ਖਤਮ ਕਰੇ ਤੇ ਭਾਵੇਂ 5% ਕਰੇ, ਲੇਕਿਨ ਸਾਰਿਆਂ ਨੂੰ ਦਿਸਦਾ ਕਿ ਉਸ ਬੰਦੇ ਨੇ ਕੰਮ ਕੀਤਾ। 53 ਲੱਖ ਰੁਪਇਆ ਜੇ ਉਹਨੇ ਆਪਣੀ ਇਨਕਮ ਵਧਾਤੀ ਟੁੱਟੀਆਂ ਬੱਸਾਂ ਨਾਲ, ਜਿਹੜੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਹੋਰ ਕੀ ਕਰੇ ਵਿਚਾਰਾ। ਸਾਨੂੰ ਪਤਾ ਵੀ ਉਹਦੇ ਉੱਤੇ ਇਹਨਾਂ ਦੇ ਟੈਕ ਕਰਨਾ ਹੀ ਕਰਨਾ ਇਹਨਾਂ ਨੂੰ। ਉਹਨੂੰ ਆਪਣੇ 4 ਛਪਰੇ ਬਿਲਕੁਲ ਚੌਕਸਣਾ ਪਊਗਾ ਜੀ। ਇਹ ਮਾਫੀ ਜਿਹੜੇ ਨੇ ਉਹਨਾਂ ਦੇ ਬਾਰੇ ਕੀ ਕਹੀਏ, ਹੁਣ ਕਿਹੜੇ ਕਿਹੜੇ ਮਾਫੀ ਕੀ ਕੁਛ ਕਰਦੇ, ਜੋ ਕੁਝ ਨੇ ਪਿੱਛੇ ਕੀਤਾ, ਜੇ ਉਹ ਫਰੋਲ ਆਪੇ ਤੇ ਬੜਾ ਕੁਛ ਨਿਕਲ ਆਉਣਾ ਦੇ ਵਿੱਚੋਂ। ਲੇਕਿਨ ਉਹਨਾਂ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਆ। ਮਾਫੀ ਵਾਲੇ ਬੋਲਦੇ ਇਸ ਕਰਕੇ ਨਹੀਂ ਵੀ ਉਹ ਇੰਡੀਪੈਂਡੈਂਟ ਇਹ ਵੀ ਧਿਆਨ ਰੱਖੋ ਜੀ। ਤੁਹਾਨੂੰ ਪਤਾ ਹੀ ਆ, ਕੈਪਟਨ ਕਮਲਜੀਤ ਸਿੰਘ ਹੋਰੀ ਵੀ ਬੜੇ ਸਖਤ ਚੱਲ ਰਹੇ ਸੀ ਤੇ ਉਹਨਾਂ ਨਾਲ ਕੀ ਭਾਣਾ ਵਾਪਰਿਆ ਸੀ। ਬਿਲਕੁਲ 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 ਬਿਲਕੁਲ। ਅਸੀਂ ਤੇ ਕਹਿ ਵੀ ਉਹਨਾਂ ਨੂੰ ਆਪਣੀ ਸਿਕਿਉਰਿਟੀ ਕਾਇਮ ਰੱਖਣੀ ਪਊਗੀ, ਉਹਨਾਂ ਨੂੰ ਆਪਣੇ ਮਤਲਬ ਧਿਆਨ ਨਾਲ ਚੱਲਣਾ ਪਊਗਾ। ਵੇਖੋ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦਾ ਵੇਖੋ ਮੇਰੀ ਕਿਸੇ ਨਾਲ ਕੋਈ ਕਾਲੀ ਜੇ ਭਾਵੇਂ ਕਾਂਗਰਸੀ ਕੋਈ ਨਹੀਂ ਹੈਗਾ। ਹੁਣ ਕਾਂਗਰਸੀ ਬੱਸਾਂ ਪਰ ਚੰਦਰ ਦਿੱਤੀਆਂ ਉਹਨਾਂ ਨੇ, ਤੇ ਉਹ ਵੀ ਟੈਕਸ ਜੋ ਨਹੀਂ ਤੇ ਨਹੀਂ ਚੱਲਣੀ ਧੜੀਆਂ। ਠੀਕ ਆ, ਠੀਕ ਆ। ਉਹਨਾਂ ਨੇ ਕੁਝ ਖਜ਼ਾਨੇ ਵਿੱਚ ਹੰਗਾਰ ਪਾਇਆ, ਬਾਕੀ ਕਿਸੇ ਮੰਤਰੀ ਨੇ ਕੁਛ ਨਹੀਂ ਕੀਤਾ। ਸਭ ਜਿਹੜੇ ਮਿੱਟੀ ਦੇ ਮਾਧੋ ਬਣੇ ਤੇ ਲੁੱਟ ਕੇ ਖਾਈ ਜਾਂਦੇ, ਪੰਜਾਬੀ ਕਹਿ ਦਈਏ ਜੀ। ਇਸ ਕਰਕੇ ਚਾਹੀਦਾ ਇਹ ਸੀ ਵੀ ਜੇ ਕਿਤੇ ਮੰਤਰੀ ਨੇ ਤਬਦੀਲੀ ਕੀਤੀ, ਮੈਂ ਸੋਚਿਆ ਚੰਨੀ ਸਾਹਿਬ ਜਿਹੜੇ ਸ਼ੀਰ ਬੰਦੇ ਨੂੰ ਕੰਮ ਨਹੀਂ ਕਰਨ ਦਿੰਦੇ। ਉਹ ਇੰਨੀ ਜੋਗੇ ਨਹੀਂ ਵੀ ਧੱਕੇ ਨਾਲ ਕੰਮ ਲੈਣ, ਉਹ ਰਿਕੁਐਸਟ ਨਾਲ ਹੱਥ ਜੋੜ ਕੇ ਕੰਮ ਲੈਣੇ ਬੰਦੇ। ਇਸ ਕਰਕੇ ਇੱਕ ਮੁੱਖ ਮੰਤਰੀ ਜਿਹੜਾ ਹੁੰਦਾ ਉਹ ਇਹੋ ਜਿਹੀ ਹੋਣਾ ਚਾਹੀਦਾ ਵੀ ਧੱਕੇ ਨਾਲ ਕੰਮ ਲੈਣ ਨਾਲ ਵੈਸੇ। ਲੇਕਿਨ ਬਾਦਲ ਸਾਹਿਬ ਨੂੰ ਕਾਲੀਆਂ ਨੂੰ ਜਵਾਬ ਦੇਣਾ ਪਊ, ਭਾਈ 14 ਸਾਲ ਇਹਨਾਂ ਲੋਕਾਂ ਨੇ ਟੈਕਸ ਕਿਉਂ ਨਹੀਂ ਭਰੇ। ਬਿਲਕੁਲ, ਮੈਂ ਤਾਂ ਉਹੀ ਕਹਿੰਦਾ ਕਿ ਇਹਨਾਂ ਦੀ ਇਨਕਮ ਟੈਕਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜੇ ਕਹਿੰਦੇ ਭੁੱਖੇ ਮਰ ਗਏ ਤੇ ਕਿੱਥੋਂ ਫਿਰ ਕਰੀ ਗਏ। ਜੇ ਬੱਸਾਂ ਘਾਟੇ ਸੀ ਤੇ ਕਾਗਜ਼ਾਂ 'ਚ ਬੱਸਾਂ ਮੁਨਾਫੇ 'ਚ ਕਿਵੇਂ ਆ ਗਈਆਂ, ਇਹ ਵੀ ਵੇਖਣ ਵਾਲੀ ਗੱਲ ਆ। ਫਿਰ 2 ਨੰਬਰ ਦਾ ਪੈਸਾ 1 ਨੰਬਰ 'ਚ ਕੀਤਾ। ਦਾਨੇ ਵਾਲੀਆ ਸਾਹਿਬ ਇੱਕ ਦਿਨ ਮੈਂ ਲਿਬਰਾ ਟਰਾਂਸਪੋਰਟ ਦੇ ਮਾਲਕ ਹੈਗੇ ਹਰਜੀਤ ਸਿੰਘ। ਹਰਜੀਤ ਸਿੰਘ ਦਾ ਦਿੱਲੀ ਬੈਠਾ ਉਹਨਾਂ ਦੇ ਦਫ਼ਤਰ ਜੀ, ਤੇ ਗੱਲਾਂ ਟਰਾਂਸਪੋਰਟ ਦੀਆਂ ਚੱਲ ਪਈਆਂ। ਉਹ ਕਹਿਣ ਲੱਗੇ ਵੀ ਸਾਡੇ ਕੋਲੇ 2700 ਕਿਲੋਮੀਟਰ ਦਾ ਰੂਟ ਹੁੰਦਾ ਸੀ ਤੇ ਬਾਦਲਾਂ ਕੋਲੇ ਸਿਰਫ 2700 ਕਿਲੋਮੀਟਰ ਤੇ ਸਾਨੂੰ ਇਹਨਾਂ ਬੜਾ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਵੀ ਥੱਲੇ ਲਾਓ, ਲੇਕਿਨ ਅਸੀਂ ਚਲੋ ਆਪਣੇ ਤਰੀਕੇ ਨਾਲ ਚੱਲਦੇ ਰਹੇ ਤੇ ਥੱਲੇ ਨਹੀਂ ਲੱਗੇ। ਕਹਿੰਦੇ ਅੱਜ ਦੀ ਡੇਟ ਦੇ ਵਿੱਚ ਇਹ ਆ ਵੀ ਪਤਾ ਲੱਗਾ ਨਾ ਵੀ ਇਸ ਰੂਟ ਤੇ ਜਿਹੜੀ ਆ ਸਾਰੀ ਅੱਧੀ ਮਿਲਦੀ ਆ ਤੇ ਅਗਲੇ ਦਿਨ ਰੂਟ ਬਦਲਿਆ ਨਾ। ਨਹੀਂ ਤੇ 6-6 ਮਹੀਨੇ ਸਾਲ ਲੱਗਦਾ, ਰੂਟ ਨਹੀਂ ਬਦਲਦਾ। ਨਹੀਂ, ਇਹਦੀ ਵੀ ਪਤਾ ਲੱਗਿਆ ਨਾ ਪਿੱਛੇ ਜੇ ਵੀ ਸਾਡੇ ਚਰਚਾ ਚੱਲਦੀ ਹੈ, ਕਹਿੰਦੇ ਵੀ ਬੀਬੀ ਜੀ ਆ ਰਹੇ ਸੀ ਮਾਨਸਾ ਤੋਂ, ਰਾਹ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਉਹ PRTC ਦੀ ਬੱਸ ਤਾਂ ਛੱਤ ਤਾਂ ਹੀ ਭਰੀ ਜਾਂਦੀ ਹੈ। ਨਾਲ ਦੀ ਨਾਲ ਫਿਰ ਲੱਖੀ ਮੈਨੇਜਰ ਨੂੰ ਫੋਨ ਲਾ ਲਿਆ ਵੀ ਇਹ ਕੀ ਗੱਲ, ਫਿਰ ਇਹ ਤਾਂ ਆਪਣੀ ਬੱਸ ਹੋਣੀ ਚਾਹੀਦੀ ਸੀ ਇੱਥੇ, ਤੇ ਅਗਲੇ ਦਿਨ ਉਹਨਾਂ ਦੀ ਬੱਸ ਚੱਲ ਰਹੀ ਸੀ। ਇਹ ਵੀ ਇਹੋ ਜਿਹੇ ਸ਼ੋਸ਼ੇ ਵੀ ਚੱਲਦੇ ਨੇ, ਇਹੋ ਜਿਹੇ ਚੁਟਕਲੇ ਵੀ ਚੱਲਦੇ ਨੇ। ਚੁਟਕਲੇ ਤਾਂ ਤਾਂਹੀਏ ਬਣਦੇ ਆ ਨਾ, ਐਵੇਂ ਤਾਂ ਬਣਦੇ ਨਹੀਂ। ਚੁਟਕਲੇ ਦੀ ਸੱਚਾਈ ਹੈ ਜੀ। ਜਦੋਂ ਇਹਨਾਂ ਦੀ ਬੱਸ ਬਕਾਇਦਾ ਤੌਰ ਤੇ ਕਿਸੇ ਵੀ ਬੱਸ ਅੱਡੇ ਤੋਂ ਜਾਂਦੀ ਤੇ DTO ਖਲੋਤਨ ਦੇ ਬੱਸ ਤੋਰਨ ਵਾਸਤੇ, DTO ਆਜ ਭਾਜੀ ਬੰਦੀ ਵੀ ਇੰਨੇ ਬੱਸ ਜਾਣੀ ਹੈ, ਇਹਨੇ ਭਰਨੀ ਹੈ।
ਤੇ ਡੀਡੀਓ ਕਈ ਤੇ ਇੰਨੇ ਕਿ ਛਦਾਈ ਹੁੰਦੇ ਸੀ, ਆਵਾਜ਼ਾਂ ਮਾਰਦੇ ਜੀ ਬਹਿ ਜਾਓ ਮੋਗੇ ਜਿਹੜੀ ਮੋਗੇ ਵਾਲੇ ਬਹਿ ਜਾਓ, ਮੋਗੇ ਵਾਲੇ ਬਹਿ ਜਾਓ, ਇਹੋ ਜਿਹੇ ਬੰਦੇ ਵੇਖ ਜੀ ਵੀ ਬੀਬੀ ਜੀ ਨਾਰਾਜ਼ ਨਾ ਕਿਤੇ ਹੋਈਆਂ। ਜਦੋਂ ਇੱਕ ਵਾਰੀ ਸਟ੍ਰਾਈਕ ਹੋਈ ਸੀ, ਤੁਹਾਨੂੰ ਪਤਾ ਦਲਿਤਾਂ ਦੀ, ਇਹਨਾਂ ਦੀਆਂ ਬੱਸਾਂ ਬਕਾਇਦਾ ਤੌਰ ਤੇ ਸੇਫ ਸੀਗਾ ਥਾਣੇ ਦੇ ਅੰਦਰ ਲੱਗੀਆਂ ਤੇ ਰੋੜੇ ਜੀ ਬਾਹਰ ਲੱਗੇ। ਇਸ ਕਰਕੇ ਚਾਹੀਦਾ ਇਹ ਆ ਵੀ ਭਾਈ ਤੁਸੀਂ ਵੇਖੋ, ਅੱਜ ਵੀ ਗੁਜਰਾਤ ਦੇ ਵਿੱਚ ਸਟੇਟ ਟਰਾਂਸਪੋਰਟ ਜੀ ਤੇ ਪ੍ਰਾਈਵੇਟ ਟਰਾਂਸਪੋਰਟ ਹੈਗੀ ਤੇ ਸਿਰਫ ਉਹ ਟੂਰਿਸਟ ਟਰਾਂਸਪੋਰਟ। ਲੇਕਿਨ ਉਹਨਾਂ ਨੇ ਗੁਜਰਾਤ ਵਾਲਿਆਂ ਨੇ ਤੁਹਾਨੂੰ ਕੱਚੀਆਂ ਸੜਕਾਂ ਤੇ ਵੀ ਆਪਣੀ ਭੇਜੀ। ਰਾਜਸਥਾਨ ਚ ਹੈਗਾ ਜੀ, ਰਾਜਸਥਾਨ ਚ ਵੀ ਇਹੀ ਕੰਮ ਹੈ, ਸਟੇਟ ਟਰਾਂਸਪੋਰਟ ਕਹਿੰਦੇ ਉਹਨੂੰ। ਰਾਜਸਥਾਨ ਚ ਪ੍ਰਾਈਵੇਟ ਕਾਫੀ ਹੈ ਨਾ? ਨਹੀਂ ਹੈ ਨਹੀਂ ਜੀ, ਹੈ ਨਹੀਂ ਪ੍ਰਾਈਵੇਟ, ਹੈ ਨਹੀਂ, ਬਹੁਤ ਘੱਟ ਆ। ਟੂਰਿਸਟ ਬੱਸਾਂ ਹੀ ਆ ਦੂਜੀਆਂ ਜਿਹੜੀਆਂ ਜਾਂਦੀਆਂ 2 ਨੰਬਰ 'ਚ, ਅਦਰਵਾਈਜ਼ ਤਾਂ ਸਰਕਾਰੀ ਬੱਸਾਂ ਹੀ ਨੇ ਜਾਂ ਕਿਲੋਮੀਟਰ ਸਕੀਮਾਂ ਨੇ ਜਿਹੜੀਆਂ ਆਪਣੇ ਵਾਲਿਆਂ ਨੇ ਉੱਧਰ ਪਾਈਆਂ ਵੀ ਹੈ। ਹਾਂ ਬਿਲਕੁਲ ਜੀ, ਬਿਲਕੁਲ ਜੀ। ਕਾਲ ਲੈ ਲਈਏ, ਲਖਵਿੰਦਰ ਜੀ ਆਉਣੇ ਰੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦਾਨੇਵਾਲ ਸਾਹਿਬ, ਸਤਿ ਸ਼੍ਰੀ ਅਕਾਲ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਸਤਿ ਸ਼੍ਰੀ ਅਕਾਲ ਦਾਨੇਵਾਲ ਸਾਹਿਬ। ਗੱਲ ਇਹ ਆ, ਜਿੱਦਾਂ ਆਪਾਂ ਪਿੰਡ ਦਾ ਸਰਪੰਚ ਵੀ ਬਣਾਈਏ ਨਾ, ਜੇ ਬੰਦਾ ਗੜ੍ਹ ਵਾਲਾ ਹੋਵੇ ਤਾਂ ਪੁਲਿਸ ਜਿਹੜੀ ਹੈ ਬਿਨਾਂ ਉਹਦੀ ਇਜਾਜ਼ਤ ਤੋਂ ਬੰਦਾ ਲਿਜਾ ਨਹੀਂ ਸਕਦੀ। ਜੇ ਮਾੜਾ ਬੰਦਾ ਬਣਾ ਦੋ ਨਾ, ਉਹਨੂੰ ਪੁਲਿਸ ਪੁੱਛਦੀ ਨਹੀਂ। ਉਹੀ ਹਿਸਾਬ ਆ ਹੁਣ ਚੰਨੀ ਸਾਹਿਬ ਵਿਚਾਰਾ ਹੈਗਾ ਮਹੱਤਵ ਸਾਥੀ, ਮੈਨੂੰ ਲੱਗਦਾ ਕਿ ਇਹਦੀ ਕੋਈ ਗੱਲ ਬਣਦੀ ਨਹੀਂ। ਬੰਦਾ ਉਹ ਚਾਹੀਦਾ ਮਤਲਬ ਪੂਰੀ ਫੁੱਕ ਕਰਕੇ, ਜਿੱਦਾਂ ਰਾਜਾ ਵੜਿੰਗ ਕੰਮ ਕਰ ਰਿਹਾ, ਜਾਂ ਜੇ ਇਹਦੀ ਜਗ੍ਹਾ ਕਿਤੇ ਕੈਪਟਨ ਪੂਰਾ ਐਕਸ਼ਨ 'ਚ ਹੁੰਦਾ ਤਾਂ ਸਭ ਕੁਝ ਸੁਧਾਰ ਸਕਦਾ ਸੀ। ਜੇਜੂ ਵਾਲੀ ਤਾਂ ਗੱਲ ਵਿਆਹੀ ਗਈ ਨਾ ਜੀ ਲਖਵਿੰਦਰ ਜੀ, ਜੇ ਵਾਲੀ ਗੱਲ ਤਾਂ ਵਿਆਹੀ ਗਈ। ਹੁਣ ਕੈਪਟਨ ਸਾਹਿਬ ਤਾਂ ਸੀ ਹੋ ਗਏ। ਉਹੀ ਗੱਲ ਕਰਦਾ ਵੀ ਜੇ ਚੰਨੀ ਸਾਹਿਬ ਥੋੜਾ ਜਿਹਾ ਐਕਸ਼ਨ ਮੂਡ 'ਚ ਆਉਣ, ਮਤਲਬ ਆਪਣਾ ਸਟਰੋਂਗ ਬਿਲਕੁਲ ਇੱਕ ਅੱਧਾ ਬੰਦਾ ਸਸਪੈਂਡ ਕਰਨ ਤੇ ਸਭ ਕੁਝ ਹੋ ਸਕਦਾ ਆ। ਪਰ ਗੱਲਾਂ ਬਾਤਾਂ ਨਾਲ, ਵਾਕਿਆ ਸਹੀ ਗੱਲ, ਗੱਲਾਂ ਬਾਤਾਂ ਨਾਲ ਕੁਝ ਨਹੀਂ ਹੋਣਾ। ਹਾਂਜੀ ਥੈਂਕ ਯੂ ਭਾਜੀ, ਮਿਹਰਬਾਨੀ। ਗੱਲਾਂ ਨਾਲ ਤਾਂ ਠੁੱਕ ਨਾਲ ਬੜੇ ਨਹੀਂ ਨਾ ਭਗਦੇ ਜੀ। ਅਸੀਂ ਤੇ ਕਹਿ ਦਿੱਤਾ, ਬਾਕੀ ਕੰਮ ਨੇ ਕੋਈ ਨਹੀਂ। 4 ਕੰਮ ਤੇ ਕਰ ਦਿਓ, ਜਿਹੜੀ 4 ਮੰਗਾਂ ਹੈਗੀ ਉਹ ਤਾਂ ਪੂਰੀਆਂ ਕਰ ਦਿਓ। ਉਹ ਤੁਸੀਂ ਕਰ ਸਕਦੇ ਹੋ। ਤੇ ਜੇ ਉਹ ਵੀ ਨਾ ਪੂਰੀ ਹੋਈ ਤੇ ਲੋਕ ਤੁਹਾਡੇ ਕੋਲ ਹਿਸਾਬ ਮੰਨਣ ਮੰਗਣ ਜਾਓਗੇ ਜਦੋਂ ਇਲੈਕਸ਼ਨ ਚ ਲੁੱਟਣ ਵਾਲੇ। ਦੱਸੋ ਚੰਨੀ ਤੁਸੀਂ ਕੀਤਾ 4 ਮਹੀਨਿਆਂ ਜੀ। ਬਿਲਕੁਲ ਜੀ। ਤੇ ਬੀਬੀ ਭੱਠਲ ਨੇ ਕੈਪਟਨ ਨੂੰ ਆਪ ਤਾਂ ਬੜੇ ਪਹਿਲਾਂ ਰਹੇ ਆ, ਦੇਖ ਲਓ ਕੁਰਸੀ ਤੋਂ ਵਿਚਾਰੇ ਦੀ ਉਲਟਾਤੀ ਸੀ। ਤੁਹਾਨੂੰ ਯਾਦ ਹੋਊਗਾ ਕੀ ਕਹਿੰਦੇ ਆ, ਗਵਰਨਰ ਸਾਹਿਬ ਰਹੇ ਆ ਜਿਹੜੇ ਹਰਚਰਨ ਸਿੰਘ ਬਰਾੜ ਹੋਰੀ, ਸਰਾਏ ਨਾਗਾ ਸਾਹਿਬ, ਉਹਨਾਂ ਦੀ ਆਪ ਤਾਂ ਕੁਰਸੀ ਉਲਟਾਤੀ ਸੀ ਤੇ ਹੁਣ ਕੈਪਟਨ ਸਾਹਿਬ ਨੂੰ ਮੱਤਾਂ ਦੇ ਰਹੇ ਨੇ ਜੀ। ਵੇਖੋ ਜੀ, ਬੀਬੀ ਭੱਠਲ ਇਹ ਗੱਲ ਕਹੀ ਆ ਵੀ ਮਹਿੰਦਰ ਸਿੰਘ ਕੇਪੀ ਨੂੰ ਮੈਂ ਖੁਦ ਪ੍ਰਧਾਨ ਬਣਾ ਕੇ ਲਈ ਸੀ, ਆਪ ਦੀ ਸੀ। ਮੈਂ ਵਿਦੇਸ਼ ਜਾਣਾ ਸੀ ਤੇ ਮੈਂ ਬੀਬੀ ਸੋਨੀਆ ਗਾਂਧੀ ਨੂੰ ਬਕਾਇਦਾ ਤੌਰ ਤੇ ਆਪਣਾ ਰੈਜੀਗਨੇਸ਼ਨ ਦੇ ਕੇ ਗਈ ਸੀ, ਬੀਬੀ ਜੀ ਜਿਹਨੂੰ ਮਰਜ਼ੀ ਬਣਾ ਦਿਓ, ਮੈਂ ਵਿਦੇਸ਼ ਜਾਣਾ, ਪਤਾ ਨਹੀਂ ਕਿੰਨਾ ਸਮਾਂ ਕਰ। ਉਹਨੇ ਕਿਹਾ ਨਹੀਂ, ਤੁਸੀਂ ਬਣੇ ਰਹੋਗੇ। ਲੇਕਿਨ ਮੈਂ ਵਿਦੇਸ਼ ਚਲੀ ਗਈ, ਮੈਨੂੰ ਸਮਾਂ ਲੱਗਿਆ ਤੇ ਮੇਰੇ ਬਾਅਦ ਜਗਜੀਤ ਸਿੰਘ ਨੂੰ ਬਣਾਇਆ ਤੇ ਮੈਂ ਕਿਹਾ ਬਹੁਤ ਚੰਗਾ ਕੀਤਾ, ਚੌਧਰੀ ਜਗਜੀਤ ਸਿੰਘ ਬਣਾਇਆ ਜੀ। ਕਹਿੰਦੀ ਜਦੋਂ ਮੈਂ ਵਿਦੇਸ਼ ਦੇ ਵਿੱਚੋਂ ਆਈ ਤੇ ਮੈਨੂੰ ਮੈਸੇਜ ਮਿਲਿਆ ਵੀ ਡਾਕਟਰ ਮਨਮੋਹਨ ਸਿੰਘ ਵੀ ਮੱਧ ਪ੍ਰਦੇਸ਼ ਜਾ ਰਹੇ, ਤੁਸੀਂ ਉਹ ਨਾਲ ਜਾਣੇ, ਤੇ ਆਂਦੇ ਪਏ ਘਰ ਨਹੀਂ ਆਈ ਤੇ ਮੈਂ ਏਅਰਪੋਰਟ ਤੋਂ ਹੀ ਨਾਲ ਚਲੀ ਗਈ। ਉਹਨਾਂ ਪਾਰਟੀ ਦਾ ਕੰਮ ਪਹਿਲਾਂ, ਬਾਕੀ ਗੱਲਾਂ ਕਰ ਬਾਅਦ ਜੀ। ਉਹਦੀ ਕੈਪਟਨ ਸਾਹਿਬ ਮੈਂ ਮੁੱਖ ਮੰਤਰੀ ਬਣੀ, ਥੋੜਾ ਸਮਾਂ ਰਹੀ, ਵਧਾ ਸਮੇਂ ਬਾਅਦ ਦੀ ਗੱਲ, ਲੇਕਿਨ 2 ਕੰਮ ਕੀਤੇ ਸੀ ਬੀਬੀ ਦੇ, 2 ਕੰਮ ਥੋੜੇ ਸਮੇਂ ਦੇ ਵਿੱਚ ਜੀ। ਇੱਕ ਨਹਿਰੀ ਪਾਣੀ ਟੇਲ ਤੇ ਪਹੁੰਚਾਤਾ ਸੀ, ਇੱਕ ਬਿਜਲੀ ਦੇ ਬਿੱਲ ਮਾਫ ਕੀਤੇ ਸੀ, ਬੀਬੀ ਭੱਠਲ ਨੇ ਕੀਤੇ ਸੀ। 12 ਸਾਲ ਬਾਅਦ ਚਾਹੀਦੇ ਜੀ। ਹੁਣ ਬੀਬੀ ਭੱਠਲ ਕਹਿੰਦੀ ਕੈਪਟਨ ਸਾਹਿਬ ਪਾਰਟੀ ਨੇ ਬਹੁਤ ਕੁਝ ਦਿੱਤਾ, ਮੈਨੂੰ ਵੀ ਦਿੱਤਾ, ਤੁਹਾਨੂੰ ਵੀ ਦਿੱਤਾ, ਤੁਸੀਂ 2 ਵਾਰੀ ਮੁੱਖ ਮੰਤਰੀ ਰਹੇ ਹੋ, ਤੁਸੀਂ ਪ੍ਰਧਾਨ ਰਹੇ ਹੋ, ਤੁਸੀਂ MP ਰਹੇ ਹੋ, ਤੁਸੀਂ ਕਿਹੜਾ ਕੰਮ ਕਿੱਥੇ ਨਹੀਂ ਰਹੇ ਤੁਸੀਂ। ਅੱਜ ਜੇ ਛੋਟੀਆਂ ਮੋਟੀਆਂ ਨਾਰਾਜ਼ੀਆਂ ਕਰਕੇ ਤੁਸੀਂ ਪਾਰਟੀ ਨਾਲ ਗਦਾਰੀ ਕਰ ਰਹੇ ਹੋ ਤੇ ਇਹ ਕੋਈ ਚੰਗੀ ਗੱਲ ਜੀ। ਮੈਂ ਤੁਹਾਨੂੰ ਇੱਕ ਬੇਨਤੀ ਕਰਦੀ ਹਾਂ, ਅਪੀਲ ਕਰਦੀ ਹਾਂ, ਹੱਥ ਜੋੜ ਕੇ ਕਰਦੀ ਹਾਂ, ਤੁਹਾਡੀ ਭੈਣ ਸਮਝ ਲਓ, ਜਿੱਦਾਂ ਮਰਜ਼ੀ। ਮੈਂ ਤੁਹਾਨੂੰ ਇਹ ਗੱਲ ਕਹਿਣੀ ਵੀ ਤੁਸੀਂ ਨਵੀਂ ਪਾਰਟੀ ਨੇ ਬਣਾਓ। ਜੇ ਤੁਹਾਡੇ ਮਨ ਦੇ ਵਿੱਚ ਕੋਈ ਗਿਲਾ ਸ਼ੁਕਰ ਹੈਗਾ ਤੇ ਹਾਈਕਮਾਂਡ ਨਾਲ ਬਹਿ ਕੇ ਨਿਬੇੜ ਲਓ। ਆਪਣੀ ਉਮਰ ਕਿੰਨੀ ਕੁ ਰਹਿ ਗਈ ਕਿਤੇ ਜੀ, ਆਪਾਂ ਕਲੰਕ ਨਾਲ ਲੈ ਕੇ ਨਹੀਂ ਜਾਣਾ। ਇਹ ਬੀਬੀ ਭੱਠਲ ਦੀ ਬਕਾਇਦਾ ਤੌਰ ਤੇ ਆਨਲਾਈਨ ਜਿਹੜੀ ਆ ਉਹ ਨਸੀਹਤ ਹੈ ਕੈਪਟਨ ਅਮਰਿੰਦਰ ਸਿੰਘ ਜੀ। ਉਹ ਕਹਿੰਦੀ ਜਿਨ੍ਹਾਂ ਦੇ ਸਿਰ ਤੇ ਚਾਂਬਲੇ ਫਿਰਦੇ ਬੀਜੇਪੀ ਦੇ ਸਿਰ ਤੇ ਜੀ, ਬੀਜੇਪੀ ਦੇ ਤੁਸੀਂ 4 ਸਾਲ 4.5 ਸਾਲ ਮੁੱਖ ਮੰਤਰੀ ਰਹੇ ਜੇ, ਕਿਸਾਨਾਂ ਦਾ ਮਸਲਾ ਹੱਲ ਕਰਨਾ ਤਾਂ ਕਰ ਸਕਦੇ ਸੀ। ਤੁਹਾਡਾ ਤੇ ਉਦੋਂ ਨਹੀਂ ਕੀਤਾ, ਹੁਣ ਕਿੱਥੋਂ ਮਸਲਾ ਹੱਲ ਕਰਨਗੇ ਤੁਹਾਡਾ।
ਹੁਣ ਤੁਹਾਨੂੰ ਸਭ ਜਵਾਬ ਹੋਇਆ ਰਿਹਾ ਵੀ ਕੈਪਟਨ ਨੂੰ ਇੱਕ ਤੇ ਰੋਲੋ, ਜੇ ਤੇ ਰੋਲਣਾ ਤੇ ਤੁਹਾਡੀ ਮਰਜ਼ੀ ਆ ਜੀ, ਜੇ ਨਹੀਂ ਰੋਲਣਾ ਤੇ ਪਾਰਟੀ ਮਾਂ ਉਹਦੀ ਪਾਰਟੀ ਨਹੀਂ ਛੱਡੀ। ਜੀ ਬਿਲਕੁਲ। ਪਰ ਪਾਰਟੀ ਦਾ ਫਿਰ ਮਾਂ ਤਾਂ ਐਂ ਸੀਗਾ ਨਾ, ਪਹਿਲਾਂ ਅਕਾਲੀ ਦਲ 'ਚ ਸੀ, ਫਿਰ ਅਕਾਲੀ ਦਲ ਕਾਬਲ ਬਣਾਇਆ। ਇਹ ਕਿਹੜਾ ਕੀ ਕਹਿੰਦੇ ਆਪਾਂ ਆਖੀਏ ਕਿ ਟਕਸਾਲੀ ਚਲੋ ਕਾਂਗਰਸ। ਪਿਛਲੇ 23 ਸਾਲ ਤੋਂ ਇੱਥੇ ਬੈਠੇ ਨੇ। ਹਾਂ, ਪਿਛਲੇ 23 ਸਾਲ ਦਾ ਬੜਾ ਲੰਮਾ ਸਫ਼ਰ ਹੁੰਦਾ ਜੀ 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 ਜੀ। ਤੇ ਉਧਰ ਵਿਚਾਲੇ ਪਾਕਿਸਤਾਨੀ ਹਿੰਦੂ ਨੇ ਜਿਹੜੇ, ਉਹ ਕਿਉਂ ਬੈਠੇ ਆ ਜੀ ਉੱਥੇ ਅਟਾਰੀ ਬਾਰਡਰ ਤੇ? ਕੀ ਘਟਨਾ ਹੋ ਗਈ? ਕਿੰਨੀ ਦੇਰ ਤੋਂ ਬੈਠੇ ਹਿੰਦੂ ਜੀ ਜੂਨ ਕੇ ਜੁਲਾਈ 2019 ਦੇ ਵਿੱਚ ਪਾਕਿਸਤਾਨ ਤੋਂ ਆਏ ਸੀ ਵਾਇਆ ਰਾਜਸਥਾਨ। ਜਿਹੜੀ ਗੱਡੀ ਆਉਂਦੀ ਆ। ਹਾਂਜੀ ਹਾਂਜੀ। ਉਹਦੇ ਵਿੱਚ ਆਏ ਸੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ। 1 ਮਹੀਨੇ ਦਾ ਵੀਜ਼ਾ ਸੀ ਨਾ ਕੋਲ। ਮੁੜ ਕੇ ਕਰੋਨਾ ਦੀ ਮਾਰ ਪੈ ਗਈ। ਕਰੋਨਾ ਦੀ ਮਾਰ ਕਰਕੇ ਜਿਹੜੇ ਸੀ ਬਾਰਡਰ ਬੰਦ ਹੋ ਗਏ, ਵਿਚਾਰੇ ਇੱਥੇ ਹੀ ਰੁਲ ਗਏ। ਹੁਣ ਉਹ ਵਿਚਾਰੇ ਵਾਪਸ ਜਾਣਾ ਚਾਹੁੰਦੇ ਕਿ ਸਾਨੂੰ ਵਾਪਸ ਭੇਜਿਆ ਜਾਵੇ। ਉਹ ਵਾਘਾ ਸਰਹੱਦ ਤੇ ਕਹਿੰਦੇ ਤੁਸੀਂ ਜਾ ਨਹੀਂ ਸਕਦੇ। ਕਹਿੰਦੇ ਕਿਵੇਂ ਕਰੀ, ਫਿਰ ਸਾਨੂੰ ਜਾ ਕੇ ਫੜ ਕੇ ਅੰਦਰ ਕਰੋ ਸਾਨੂੰ। ਕੁਛ ਨਾ ਰੋਟੀ ਤਾਂ ਖਵਾਓ ਸਾਨੂੰ, ਰੋਟੀ ਦੇ ਖਵਾਓ ਸਾਨੂੰ। ਹੁਣ ਉਹ ਉੱਥੇ ਵਾਘਾ ਸਰਹੱਦ ਤੇ ਬੈਠੇ ਉਹ 99 ਬੰਦੇ ਨੇ। ਉਹਨਾਂ ਦੇ ਬੱਚੇ ਵੀ ਹੈ, ਬੱਚੀਆਂ ਵੀ, ਔਰਤਾਂ ਵੀ ਤੇ ਬੰਦੇ ਵੀ। ਜੀ। ਉਹਨਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਆ ਵੀ ਸਾਨੂੰ ਇੱਕ ਵਾਰੀ ਬਾਰਡਰ ਕ੍ਰਾਸ ਕਰਾ ਦਿਓ ਤੁਸੀਂ। ਕਹਾ ਅਸੀਂ ਆਪਣੇ ਦੇਸ਼ ਦਾ ਪਹਿਲੇ ਉਹਨਾਂ ਨਾਲ ਤਾਂ ਹੀ ਨਜਿੱਠ ਲਾਂਗੇ, ਸਾਨੂੰ ਪਾਰ ਤਾਂ ਲੰਘਾਓ ਇੱਕ ਵਾਰੀ। ਹੁਣ ਉੱਥੇ ਵਿਚਾਰੇ ਬੈਠੇ, ਉਹ ਸੜਕ ਤੇ ਬੈਠੇ ਨੇ। ਕੋਈ ਰਹਿਣ ਨੂੰ ਜਗ੍ਹਾ ਨਹੀਂ, ਕੋਈ ਖਾਣ ਨੂੰ ਜਗ੍ਹਾ ਨਹੀਂ, ਕੋਈ ਪੀਣ ਨੂੰ ਨਹੀਂ ਜਗ੍ਹਾ। ਜਿਹੜੇ ਪੈਸੇ ਥੋੜੇ ਬੜੇ ਹੈਗੇ ਸੀ ਉਹ ਖਰਚ ਖੁੱਚ ਕੇ ਬੈਠੇ ਵਿਚਾਰੇ। ਤੇ ਜਿਹੜੇ ਇੱਧਰ ਕਹਿੰਦੇ ਆ ਕਿ ਅਸੀਂ ਹਿੰਦੂਆਂ ਦੇ ਖੈਰ ਗਵਾਹ, ਤੇ ਉਹ ਉਹਨਾਂ ਨੂੰ ਉਹ ਕਿਉਂ ਨਹੀਂ ਵਿਚਾਰਿਆਂ ਨੂੰ ਲੰਗਰ ਪਾਣੀ? ਉਹ ਨਹੀਂ ਲੱਭਦੇ। ਇਹ ਤੇ ਸਿਰਫ ਇਹ ਆ ਵੀ ਉੱਥੇ ਜਿਹੜੇ ਲੋਕਲ ਲੋਕ ਨੇ ਟਾਰੀ ਦੇ, ਉਹ ਉਹਨਾਂ ਨੂੰ ਰੋਟੀ ਵੀ ਦਿੰਦੇ ਆ, ਉਹਨਾਂ ਦੇ ਸਾਬਣ ਵੀ ਦਿੰਦੇ, ਕੱਪੜੇ ਧੋਣ ਵਾਸਤੇ ਵੀ ਦਿੰਦੇ ਆ ਵੀ ਤੁਸੀਂ ਨਹਾ ਵੀ ਲਓ, ਜੋ ਮਰਜ਼ੀ ਕਰ ਲਓ। ਉਹਦੀਆਂ ਔਰਤਾਂ ਜਿਹੜੀਆਂ ਵਿਚਾਰੀਆਂ ਨਹੀਂ ਬਾਹਰ ਜਾ ਸਕਦੀਆਂ, ਉਹਨਾਂ ਦੇ ਵਾਸਤੇ ਆਪਣੇ ਘਰਾਂ 'ਚ ਲੈਟਰਨ ਬਾਥਰੂਮ ਦੇ ਵਿੱਚ ਵਰਤੋਂ ਕੋਈ ਗੱਲ ਨਹੀਂ ਤੁਸੀਂ। ਲੇਕਿਨ ਉਹਨਾਂ ਦੀ ਮੰਗ ਇੱਕੋ ਹੀ ਆ। ਉਹਨਾਂ ਨੇ ਆਪਣੇ ਇਮਰਾਨ ਖਾਨ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਤੇ ਸਾਡੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ, ਸਾਡਾ ਕੁਝ ਸੋਚੋ। ਇੱਥੇ ਕਿੰਨਾ ਜੇ ਬਿਠੇ ਰਹਾਂਗੇ ਅਸੀਂ? ਜੀ। ਜਾਂ ਫੜ ਕੇ ਅੰਦਰ ਕਰ ਦਿਓ। ਗੱਲ ਤਾਂ ਸਿਆਣੀ ਆ ਵੀ ਜਾਂ ਤਾਂ ਫੜ ਕੇ ਅੰਦਰ ਕਰੋ, ਗੱਲ ਹੀ ਨਿਬੇੜੋ ਜੀ। ਅਗਲੇ ਜੋ ਛੱਡ ਦਿਓ, ਜੀ ਕੀਤਾ ਰੋਟੀ ਚਾਹ ਪਾਣੀ ਤਾਂ ਖਾਣ ਨਾ ਵਿਚਾਰੇ। ਹੈਂ, ਬਿਲਕੁਲ। ਨਾਲੇ ਕੋਈ ਦਵਾਈ ਬੂਟੀ ਦਵਾਊਗੀ ਸਰਕਾਰ। ਹਾਂਜੀ ਹਾਂਜੀ ਹਾਂਜੀ। ਹਾਂ। ਤੇ ਆਪਾਂ ਸਾਧਵੀ ਪ੍ਰਗਿਆ ਬਾਰੇ ਜਾਂਦੇ ਜਾਂਦੇ ਇੱਕ ਹੋਰ ਖਬਰਾਂ ਕਰਾਂਗੇ। ਪਰ ਕਹਿੰਦੇ ਬੜਾ ਕਹਿੰਦੀ ਤੁਗਲਕੀ ਫਰਮਾਨ ਜਾਰੀ ਕਰਤਾ। ਸਾਧਵੀ ਪ੍ਰਗਿਆ ਜਿਹਦੀ ਮਾਲੇਗਾਂਵ ਬਲਮ ਕਾਂਡ ਦੇ ਵਿੱਚ ਜਿਹੜੀ ਸੀ ਅੰਦਰ ਸੀ, ਜਿਹਦੇ ਤੇ ਮੋਟਰਸਾਈਕਲ ਦਾ ਪਾਇਆ ਗਿਆ, ਸਾਰਾ ਕੁਝ ਸਾਬਤ ਵੀ ਹੋ ਗਿਆ। ਲੇਕਿਨ ਸਰਕਾਰ ਆਪਣੀ ਸੀ, ਆਪਣੀ ਸਰਕਾਰ ਨੇ ਇਹਦੀ 2019 ਤੋਂ ਪਹਿਲਾਂ ਬੇਲ ਕਰਾਤੀ ਵੀ ਬਿਮਾਰ ਆ। ਇਹ ਜਿਹੜੀ ਸਾਈਕਲ ਤੇ ਰਹਿੰਦੀ, ਉਹਦੇ ਤੇ ਆਪਣੇ ਤੇ ਵੀਲ ਚੇਅਰ ਤੇ ਰਹਿੰਦੀ ਹੈ, ਪਰ ਉਹ ਤਾਂ ਤੁਰੀ ਜਾਂਦੀ ਵੀ ਲੱਭ ਲਈ ਸੀ ਇੱਕ ਵਾਰੀ ਲੋਕਾਂ ਨੇ। ਇਹਦੀ ਬਕਾਇਦਾ ਤੌਰ ਤੇ ਰੀੜ੍ਹ ਦੀ ਹੱਡੀ ਜਿਹਦਾ ਨੁਕਸ ਪੈ ਗਿਆ, ਨੂੰ ਮੇਰੀ ਬੇਲ ਦਿੱਤੀ ਜਾਵੇ ਤੇ ਬੇਲ ਲੈ ਲਈ। ਬੇਲ ਲੈ ਕੇ ਬੀਬੀ ਜੀ ਨੇ ਸਿਰਫ ਜਿਹੜੀ ਸੀ ਉਹ ਇਲੈਕਸ਼ਨ ਲੜੀ, MP ਬਣ ਗਈ। MP ਬਣ ਤੋਂ ਬਾਅਦ ਜਿਹੜਾ ਸੀ ਇਹਨੇ ਕਬੱਡੀ ਵੀ ਖੇਡੀ, ਇਹਨੇ ਫੁੱਟਬਾਲ ਵੀ ਖੇਡਿਆ। ਅਜੇ ਰੀੜ੍ਹ ਦੀ ਹੱਡੀ ਨੁਕਸ ਜੇ ਨਾ ਫਿਰ ਕੋਈ ਆਪਣੇ ਫਰਮਾਨ ਵੀ ਜਾਰੀ ਕੀਤੇ। ਹੁਣ ਬਕਾਇਦਾ ਤੌਰ ਤੇ ਰਾਮ ਰਹੀਮ ਦੇ ਨਾਂ ਤੇ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਮੱਧ ਪ੍ਰਦੇਸ਼ ਭਾਰਤ ਦੇ ਵਿੱਚ। ਉਹ ਫਿਲਮ ਦੀ ਸ਼ੂਟਿੰਗ ਕੌਣ ਕਰ ਰਿਹਾ ਸੀ? ਪ੍ਰਕਾਸ਼ ਝਾਅ, ਜਿਹਨੂੰ 8 ਰਾਸ਼ਟਰਪਤੀ ਅਵਾਰਡ ਮਿਲ ਚੁੱਕੇ। ਭੋਪਾਲ 'ਚ ਸ਼ੂਟਿੰਗ ਕਰ ਰਿਹਾ ਸੀ ਤੇ ਬਜਰੰਗ ਦਲ ਵਾਲਿਆਂ ਨੇ ਉਹਦੀ ਵੀ ਜਗ੍ਹਾ ਸਿਰ ਪਾੜਤਾ, ਉਹਦੇ ਬੰਦੇ ਕੁੱਟ ਕਰਤੇ, ਉਹਦੇ ਕੈਮਰੇ ਤੋੜਤੇ। ਤੇ ਤੇਰੀ ਯੁੱਧ ਕਿੱਦਾਂ ਪਈ ਤੇ ਇੱਥੇ ਆ ਕੇ ਸ਼ੂਟਿੰਗ ਕਰੇ ਸਾਡੇ ਇਲਾਕੇ ਦੇ ਵਿੱਚ? ਫਿਰ ਰਾਮ ਰਹੀਮ ਦੇ ਆਸ਼ਰਮ ਤੇ ਪਿਆ ਤੂੰ। ਹਾਲੀ ਕਿ ਉਹਨਾਂ ਸੱਚਾਈ ਵਿਖਾਉਣੀ ਸੀ ਕਿ ਇਹਨਾਂ ਆਸ਼ਰਮ ਤੇ ਕੀ ਹੁੰਦਾ ਜੀ। ਲੇਕਿਨ ਜਿਸ ਤਰੀਕੇ ਨਾਲ ਪ੍ਰਕਾਸ਼ ਝਾਅ ਦੀ ਕੁੱਟਮਾਰ ਕੀਤੀ ਗਈ, ਜਿਸ ਤਰੀਕੇ ਨਾਲ ਗਾਲਬੰਦਾ ਕੀਤਾ ਗਿਆ, ਉਹ ਮੰਦਭਾਗਾ ਨਹੀਂ, ਬਹੁਤ ਮੰਦਭਾਗਾ ਸੀ। ਲੇਕਿਨ ਬੀਬੀ ਪ੍ਰਗਿਆ ਉਹਨਾਂ ਦੇ ਹੱਕ 'ਚ ਉਤਰੀ ਜੀ, ਕਹਿੰਦੀ ਠੀਕ ਕੀਤਾ। ਕਹਿੰਦੀ ਅੱਗੇ ਤੋਂ ਕੋਈ ਵੀ ਬਣ ਗਈ ਉਹਦੀ ਸਕ੍ਰਿਪਟ ਪਹਿਲਾਂ ਸਾਡੇ ਕੋਲ ਆਏਗੀ, ਅਸੀਂ ਪੜਾਂਗੇ, ਫਿਰ ਅਸੀਂ ਇਜਾਜ਼ਤ ਦੇਵਾਂਗੇ ਜੀ। ਜਿਹੜੇ ਸਨਾਤਨੀ ਧਰਮ ਉਦੋਂ ਬਾਅਦ ਕੋਈ ਫਿਲਮ ਨਹੀਂ ਬਣੇਗੀ। ਤਾਲਿਬਾਨੀ ਫਰਮਾਨ ਜੀ, ਜਿਵੇਂ ਤਾਲਿਬਾਨ ਨੇ ਕਹਿਤਾ ਸੀ ਨਾ ਵੀ ਵੇਖੋ ਜੀ ਜੋ ਅਸੀਂ ਕਹਿੰਦੇ ਕਰੇ ਬਾਕੀ ਕੋਈ ਨਹੀਂ ਕਰ ਸਕਦਾ। ਕੋਈ ਧਾਰਮਿਕ ਪ੍ਰੋਗਰਾਮ ਤੁਸੀਂ ਲਾ ਸਕਦੇ ਹੋ ਰੈਡੀ, ਤੇ ਦੂਜਾ ਨਹੀਂ ਲਾ ਸਕਦੇ ਤੁਸੀਂ, ਦੱਸੋ। ਕੋਈ ਸਿਨੇਮੇ ਬੰਦ ਕਰ ਦਿੱਤੇ ਉਹਨਾਂ ਨੇ। ਇਹਦਾ ਫਿਰ ਤਾਲਿਬਾਨ ਹੋ ਗਏ, ਤਾਲਿਬਾਨ ਹੋ ਗਏ। ਉਹ ਕਹਿੰਦੀ ਵੀ ਜਿਹੜੀ ਸਾਡੇ ਕੋਲ ਫਿਲਮ ਸਾਡੀ
ਭਾਰਤ ਭਗਤੀ ਅਖਾੜਾ ਸਾਡਾ ਜਿਹੜਾ ਵਾ ਪਹਿਲਾਂ ਉਹ ਫਿਲਮ ਜਾ ਕੇ ਵੇਖੂਗਾ ਜੀ ਸਕ੍ਰਿਪਟ ਪੜੂਗਾ ਵੱਧ ਤੋਂ ਵੱਧ ਵੇਖੂਗਾ ਉਦੋਂ ਬਾਅਦ ਫਿਲਮ ਰਿਲੀਜ਼ ਹੋਊਗੀ। ਅਸੀਂ ਸੈਂਸਰ ਬੋਰਡ ਨੂੰ ਆਪਣੀਆਂ ਹਦਾਇਤਾਂ ਜਾਰੀ ਕਰਾਂਗੇ ਫਿਲਮ ਜੀ। ਤੇ ਜੇ ਸਾਧਰੀ ਵਿਦਿਆ ਪ੍ਰਗਿਆ ਕੋਲ ਇੰਨੀ ਤਾਕਤ ਹੈ ਤੇ ਫਿਰ ਮੋਦੀ ਸਾਹਿਬ ਦੀ ਕੁਰਸੀ ਕਿਉਂ ਨਹੀਂ ਪਟਦੀ? ਜਾ ਕੇ ਮੱਥਾ ਮਾਰੋ ਤੇ ਜਾ ਕੇ ਕੁਰਸੀ ਬਹਿ ਜਾ ਚੁੱਪ ਕਰਕੇ ਵੇਖੀ ਜੋ। ਲੇਕਿਨ ਇਹ ਤਾਲਿਬਾਨ ਜਿਹੜੇ ਫਰਮਾਨ ਉਹ ਜਾਰੀ ਨਹੀਂ ਹੋਣੇ ਚਾਹੀਦੇ। ਇੱਕ ਬੰਦਾ ਆਪਣੀ ਆਰਾਮ ਨਾਲ ਸ਼ੂਟਿੰਗ ਕਰ ਰਿਹਾ, ਬਕਾਇਦਾ ਤੌਰ ਤੇ ਸਟੇਟ ਗਵਰਨਮੈਂਟ ਕੋਲ ਪਰਮਿਸ਼ਨ ਲਈ ਆ, ਸਿਕਿਉਰਿਟੀ ਲਈ ਆ, ਕਿਸੇ ਸਿੱਖੋ ਜੇ ਰੋਕਿਆ ਨਹੀਂ, ਬਜਰੰਗ ਦਲ ਜਾ ਕੇ ਕੁੱਟਮਾਰ ਕਰਕੇ ਵਿਚਾਰੇ ਸਾਰੇ ਬੰਦੇ ਫੱਟੜ ਕੀਤੇ ਹਸਪੀਟਲ ਪਏ ਨੇ ਜੀ। ਤੇ ਉਧਰ ਨਵੀਨ ਸੰਧੂ ਹੋਰਾਂ ਨੇ ਕਿਹਾ ਕਿ ਮੇਰੇ ਵਿਰੁੱਧ ਕੁੱਕੜ ਮੰਗਣ ਦਾ ਦੋਸ਼ ਸਾਬਤ ਹੋ ਜੇ ਤਾਂ ਕਹਿੰਦੇ ਜੋ ਕਹੋਗੇ ਸਜ਼ਾ ਭੁਗਤੂਗਾ ਜੀ। ਬਿਲਕੁਲ ਜੀ। ਨਵੀਨ ਸੰਧੂ ਹੋਰੀ ਜਿਹੜੇ ਨਾ ਇੱਕ ਮਨੋਜ ਕੁਮਾਰ ਹੈ, ਮਨੋਜ ਸਿੰਘ ਬਣਿਆ ਵਕੀਲ ਇੱਕ ਬੜਾ ਤਕੜਾ ਹਰਿਆਣਾ, ਉਹਨੇ ਸਿੱਖੀ ਗ੍ਰਹਿਣ ਕੀਤੀ ਹੈ। ਉਹ ਜਾਟਾਂ ਦੇ ਮੁੰਡਿਆਂ ਨੂੰ ਵੱਧ ਤੋਂ ਵੱਧ ਸਿੱਖ ਬਣਾ ਰਿਹਾ ਜੀ, ਗੁਰਬਾਣੀ ਪੜ੍ਹਾ ਰਿਹਾ ਵਾ। ਇਹ ਵੀ ਉਹਨਾਂ ਚੋਂ ਸੀ ਜੀ। ਇਹ ਉਹ ਨਵੀਨ ਸੰਧੂ ਜਿਹੜਾ ਸੀ ਉਹਨੇ ਸਿੱਖ ਸਜਾਇਆ ਸੀ ਤੇ ਇਹ ਇੱਥੇ ਨਿਹੰਗਾਂ ਦੇ ਟੋਲੇ ਚ ਰਲ ਗਿਆ ਸੀ ਤੇ ਮੈਨੂੰ ਆ ਗਿਆ ਜੀ। ਹੁਣ ਕਹਾਣੀ ਦੋ ਗਵਾਹ ਸਾਹਮਣੇ ਆਏ ਆ ਜਿਨ੍ਹਾਂ ਨੇ ਆਪਣੀ ਬਾਈਟ ਵੀ ਦਿੱਤੀ। ਉਹ ਕਹਿੰਦੇ ਜੀ ਸਾਡੇ ਸਾਹਮਣੇ ਦੀ ਗੱਲ ਆ, ਕੋਈ ਕੁੱਕੜ ਨਹੀਂ ਮੰਗਿਆ। ਉਹ ਜਿਹੜਾ ਮਨੋਜ ਕੁਮਾਰ ਹੈਗਾ ਸੀ ਨਾ ਪ੍ਰਵਾਸੀ ਮਜ਼ਦੂਰ ਬਿਹਾਰ ਦਾ, ਉਹ ਵੀ ਬੜਾ ਕੜਿਆ ਸੀ। ਅੱਛਾ, ਉਹ ਵੀ ਅੰਗਰੇਜ਼ੀ ਬੋਲਦਾ ਸੀ। ਬਿਲਕੁਲ ਨੇ ਇੰਨੀ ਗੱਲ ਕਹੀ ਵੀ ਭਾਈ ਤੂੰ ਇੱਥੇ ਬੀੜੀ ਨਾ ਪਏ, ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ, ਤੁਰ ਜਾ ਗਾਂ ਜਾ ਕੇ ਪੀਣੀ ਗਾਂ ਜਾ ਕੇ। ਬਿਲਕੁਲ। ਉਹ ਕਹਿੰਦਾ ਤੂੰ ਕੋਲ ਰੋਕਣਾ ਮੈਨੂੰ ਬਈ, ਮੈਂ ਇੱਥੇ ਪੀਊ। ਜਦੋਂ ਉਹਨੇ ਇੱਕ ਦੋ ਵਾਰੀ ਕਿਹਾ ਨਹੀਂ ਤੇ ਉਹਨੇ ਫਿਰ ਡਾਂਗ ਮਾਰਤੀ। ਕਹਿੰਦਾ ਇਹ ਤੋਂ ਵੱਧ ਕੋਈ ਗੱਲ ਨਹੀਂ ਹੋਈ, ਕੋਈ ਝਗੜਾ ਨਹੀਂ, ਕੋਈ ਕੁੱਕੜ ਨਹੀਂ ਮੰਗਿਆ ਤੇ ਨਿਹੰਗੇ ਨੇ ਵਿਚਾਰੇ ਕੁੱਟ ਕੇ ਪਿੱਠ ਲਾਲ ਕਰਤੀ। ਪਰ ਘੱਟੋ ਘੱਟ ਭਾਈ ਸੋਚ ਵਿਚਾਰ ਕਰ ਲਓ ਕਿ ਬੰਦਾ ਕੌਣ ਹੈ ਤੇ ਕਿਵੇਂ ਨਹੀਂ ਹੈ ਜੀ। ਉਹ ਨਿਹੰਗਾਂ ਵਾਲੀ ਗੱਲ ਨਾ ਕਰੋ ਵੀ ਨਹੀਂ ਜੀ ਅਸੀਂ ਚੱਲੇ ਅਰਦਾਸ ਕਰਤੀ ਤੁਰ ਪਏ ਬਹੁਤ ਗੱਲ। ਇਹ ਗੱਲਾਂ ਥੋੜਾ ਹੁੰਦੀਆਂ। ਹੁਣ ਵੇਖੋ ਸਾਡੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਹੋਰੀ ਹੈਗੇ ਪਟਿਆਲੇ, ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਆ ਵੀ ਤੋਮਰ ਜਿਹੜਾ ਵਾ ਬਕਾਇਦਾ ਤੌਰ ਤੇ ਇਹਦੇ ਖਿਲਾਫ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਜੀ। ਕਿਉਂ ਕੀਤਾ ਜਾਣਾ ਚਾਹੀਦਾ? ਇੱਕ ਕਾਤਲ ਨੂੰ ਤੇ ਡਰੱਗ ਦੇ ਵਪਾਰੀ ਨੂੰ ਜੀ ਉਹਨੂੰ ਸਨਮਾਨਿਤ ਕਰਨੇ ਆਪਣੇ ਦਫ਼ਤਰ। ਦੱਸੋ ਅਮਨ ਦੇ ਉੱਤੇ ਕੇਸ ਹੋਈ ਹੈ ਨਾ, ਕੈਟ ਨੂੰ ਵੀ ਸਨਮਾਨਿਤ ਕੀਤਾ ਹੈ। ਉਹਨੂੰ ਕਰਨੇ। ਉਹਨੇ ਕਿਹਾ ਵੀ ਇੱਥੇ ਬਕਾਇਦਾ ਤੌਰ ਤੇ ਮੁਕੱਦਮਾ ਦਰਜ ਕਰੋ ਤੇ ਇਹਨੂੰ ਬਿਨਾਂ ਦੇਰੀ ਤੋਂ ਬਰਖਾਸਤ ਕੀਤਾ ਜਾਵੇ ਜੀ। ਪਹਿਲੇ ਬੰਦੇ ਆ ਪ੍ਰੋਫੈਸਰ ਗੁਰਦਰਸ਼ਨ ਸਿੰਘ ਜਿਹਨੇ ਚੰਗੀ ਗੱਲ ਕੀਤੀ, ਸਹੀ ਡਿਮਾਂਡ ਕੀਤੀ। ਨਹੀਂ ਤੇ ਕਿਸੇ ਤਿਆਰੀ ਇਸ ਪਾਸੇ ਨਹੀਂ ਹੈਗਾ। ਨਹੀਂ ਹੈ ਹੀ ਨਹੀਂ ਜੀ। ਸੋ ਸ਼ੁਕਰੀਆ ਜੀ ਪੱਟੀ ਸਾਹਿਬ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇਸੇ ਤਰ੍ਹਾਂ ਜਾਰੀ ਰਹੇਗਾ ਜੀ। ਸੋ ਜੁੜੇ ਰਹੋ ਰੇਡੀਓ